ਕੱਢੇ ਬਾਹਰ ਹਫਤਾ ਦਫੜੀ ਦੇ ਦੌਰਾਨ ਦੋ ਗੱਡੀਆਂ ਦੇ ਸ਼ੀਸ਼ੇ ਟੁੱਟੇ। ਕਿਸਾਨਾਂ ਨੇ ਇੱਕ ਘਰ 'ਚ ਬੰਦੀ ਬਣਾ ਰੱਖੇ ਸੀ। ਬੀਜੇਪੀ ਆਗੂ ਦੇ ਗਨਮੈਨ ਨੇ ਕੱਢਿਆ ਪਿਸਟਲ ਕੱਢਣ ਤੋਂ ਬਾਅਦ ਭੜਕੇ ਕਿਸਾਨ ਗਨਮੈਨ ਨੂੰ ਗੋਲੀ ਮਾਰਨ ਦੀ ਦਿੱਤੀ ਚੁਣੌਤੀ। ਰਾਜਪੁਰਾ 'ਚ ਬੀਜੇਪੀ ਆਗੂਆਂ ਨੂੰ ਬੰਦੀ ਬਣਾਉਣ ਤੇ ਹਾਈਕੋਰਟ ਦਾ ਹੁਕਮ, ਕਿਹਾ ਬੀਜੇਪੀ ਲੀਡਰਾਂ ਨੂੰ ਦਿੱਤੀ ਜਾਵੇ ਸੁਰੱਖਿਆ। ਅੱਜ ਦੁਪਹਿਰ 2 ਵਜੇ ਤੱਕ ਰਾਜਪੁਰਾ ਕਾਂਡ ਦੀ ਮੰਗੀ ਪੂਰੀ ਰਿਪੋਰਟ। ਗੁਰਨਾਮ ਚੜੂਨੀ ਨੇ ਫਿਰ ਛੇੜਿਆ ਚੁਣਾਵੀ ਰਾਗ। ਗੁਰਦਾਸਪੁਰ 'ਚ ਬੋਲੇ, ਸਾਡੇ ਵਿਚਾਲੇ ਨੇ ਕਈ ਕਾਬਲ ਲੋਕ, ਵਿਵਸਥਾ ਬਦਲਣ ਲਈ ਪੰਜਾਬ ਬਣੇ ਮਾਡਲ। ਬਿਜਲੀ ਸੰਕਟ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲੇਗੀ ਆਪ। ਲੁਧਿਆਣਾ 'ਚ ਦਿੱਤਾ ਜਾਵੇਗਾ ਧਰਨਾ। ਉਦਯੋਗਾਂ ਨੂੰ ਬਿਜਲੀ ਨਾ ਮਿਲਣ ਦਾ ਚੁੱਕਿਆ ਜਾਵੇਗਾ ਮੁੱਦਾ। ਅੱਜ ਪੰਜਾਬ ਭਰ ਦੇ ਡਾਕਟਰਾਂ ਵੱਲੋਂ ਹੜਤਾਲ। 6ਵੇਂ ਪੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਦਾ ਕਰ ਰਹੇ ਨੇ ਵਿਰੋਧ। ਸਿਹਤ ਸੇਵਾਵਾਂ ਤੇ ਹੋਵੇਗਾ ਅਸਰ। ਤੇ ਧਰਮਸ਼ਾਲਾ ਦੇ ਭਾਗਸੂ 'ਚ ਫਟਿਆ ਬੱਦਲ। ਨਦੀਆਂ ਨਾਲਿਆਂ 'ਚ ਆਇਆ ਹੜ੍ਹ। ਪਾਣੀ 'ਚ ਵਹਿ ਗਈਆਂ ਗੱਡੀਆਂ। ਲੋਕਾਂ 'ਚ ਫੈਲਿਆ ਡਰ। सत श्री अकाल। न्यूज़ 18 पंजाब हरियाणा हिमाचल ते तुहाडा स्वागत है। मैं हर्षदीप संधू। शुरुआत करते हैं वड्डी खबर दे नाल। राजपुरा दे विच पुलिस ने मुशक्कत दे नाल बीजेपी आगूआं नूं बाहर कढिया। सवेरे 4 वजे भूपेश अग्रवाल समेत बीजेपी लीडरां नूं एक घर दे विचों बाहर कढिया, जिस दे बाहर किसान उन्हां नूं घेरा पा के बैठे होए सन। पूरी रात किसानां ते प्रशासन दे विचाले कशमकश बनी रही। बीजेपी लीडरां नूं कढण मौके गड्डियां दे शीशे भी टुੱਟੇ। घर दे विच इन्हां नूं बंदी बनाया गया सी। किसान बीजेपी लीडरां तों माफी मंगवाउण दी मंग कर रहे सन। दरअसल कल दोपहर बीजेपी आगूआं ते किसानां विचाले तलख कलामी हुई, जिस दे बाद किसानां ते बीजेपी आगूआं विचाले धक्का मुक्की हुई। एक वीडियो भी सामने आया सी। बीजेपी आगू दे गनमैन ते किसानां नूं पुलिस पिस्तौल दिखाउण दे इल्जाम लगे, जिस तों गुस्से 'च आए किसानां ने बीजेपी आगूआं नूं घर 'च बंदी बना लिया। किसान इस गल ते अड़ गए कि जदों तक बीजेपी आगू माफी नहीं मंगते उदों तक उन्हां नूं जाण नहीं दिता जावेगा। रात वेले दीयां तस्वीरां ने, जिस वेले बीजेपी आगूआं नूं उस घर दे विचों बाहर कढिया गया, जिस घर दे बाहर किसान उन्हां नूं घेरा पा के बैठे सन। तस्वीरां तुहाडी स्क्रीन दे उत्ते ने। सवेरे 4 वजे बीजेपी आगूआं नूं बाहर कढिया गया। एक पासे तस्वीर है जिस दे विच पुलिस मुलाजम भी जख्मी होया। इस सारे घटनाक्रम दे विच पुलिस मुलाजम जख्मी होया। पूरी रात किसान ने जिहड़े ओह धरना दिंदे रहे इस घर दे बाहर। इस घर नूं घेरा पाई रखिया ते जिस वेले बीजेपी आगूआं नूं बाहर कढिया गया उस वेले गड्डियां दे शीशे भी तोड़े गए। धक्का मुक्की हुई ते जिस घर दे विच बीजेपी आगू बंद सन, एक तस्वीर उत्थों दी भी है कि उस घर दी बिजली किसानां दे वल्लों कट दित्ती गई है। तस्वीरां ने तुहाडी स्क्रीन दे उत्ते ने सामने ने। किसानां दे वल्लों बीजेपी आगू दे घर दे बाहर धरना लाया गया, घेरा पाया गया। बीजेपी आगू उत्थे मीटिंग करन दे लई पहुंचे सन। धक्का मुक्की हुई। दिन वेले दी एक वीडियो भी वायरल हुई सी। उस वीडियो दे विच नज़र आ रहा सी कि भूपेश अग्रवाल जिहड़े उत्थों दे स्थानक आगू ने ਉਹ ਭੱਜਦੇ ਹੋਏ ਨਜ਼ਰ ਆ ਰਹੇ ਸਨ। ਪੁਲਿਸ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਕਿਸਾਨ ਨਜ਼ਰ ਆ ਰਹੇ ਸਨ ਤੇ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਦੇਰ ਰਾਤ ਤੱਕ ਪ੍ਰਦਰਸ਼ਨ ਹੋਇਆ ਤੇ ਸਵੇਰੇ 4 ਵਜੇ ਬੀਜੇਪੀ ਆਗੂਆਂ ਨੂੰ ਉੱਥੋਂ ਬਾਹਰ ਕੱਢ ਲਿਆ ਗਿਆ। लगता है भी उन्होंने ईगो बहुत है, हंकार इन्ना ज्यादा है भी अपनी गलती ਨੂੰ ਖੁੱਲ ਕੇ ਮੰਨਣ ਲਈ ਤਿਆਰ ਨਹੀਂ। ਸ਼ਬਦਾਂ 'ਚ ਕਹਿਣਾ ਚਾਹੁੰਦੇ ਨੇ ਜੇ ਇਸ ਨੂੰ ਰਿਕਾਰਡਿੰਗ ਕਰੋ ਤਾਂ ਰਿਕਾਰਡਿੰਗ ਨਹੀਂ ਸੀ ਹੋਣ ਦੇਣੀ। ਪਹਿਲਾਂ ਬੜੀਆਂ ਲੰਬੀਆਂ ਕਹਾਣੀਆਂ ਪਾਈਆਂ। ਉਹ ਕਹਾਣੀਆਂ ਸੀ ਕਿ ਵੀ ਕਹਾਣੀਆਂ ਥੋੜਾ ਸੁਣਨ ਆਏ ਅਸੀਂ, ਇੱਕ ਗੱਲ ਨਿਬੇੜਨ ਆਏ ਅਸੀਂ ਆਪਣੇ ਵੱਲੋਂ ਕਿਹਾ ਵੀ ਜੇ ਕੋਈ ਵਾਇਲੈਂਸ ਹੈ, ਵਾਇਲੈਂਸ ਕਦੇ ਸੰਯੁਕਤ ਮੋਰਚਾ ਉਸ ਨੂੰ ਅਪਰੂਵ ਨਹੀਂ ਕਰਦਾ। ਵਾਇਲੈਂਸ ਦੇ ਅਸੀਂ ਖਿਲਾਫ ਹਾਂ। ਪਰ ਜੋ ਕੁਝ ਉਹਨਾਂ ਦੇ ਬਿਹਾਫ ਤੇ ਹੋਇਆ, ਉਹਨਾਂ ਨੇ ਗਾਲਾਂ ਕੱਢੀਆਂ, ਰਿਵਾਲਵਰ ਕੱਢਿਆ, ਸਭ ਕੁਝ ਕੀਤਾ ਹੈ, ਉਹਦੇ ਲਈ ਆਪਣੀ ਗਲਤੀ ਮੰਨਣ। ਤਾਂ ਗਲਤੀ ਮੰਨਦੇ ਹੋਏ ਕਹਾਣੀਆਂ ਬਹੁਤ ਲੰਬੀਆਂ ਪਾਉਂਦੇ ਨੇ। ਜੇ ਮੰਨਦੇ ਨੇ ਤਾਂ ਰਿਕਾਰਡਿੰਗ ਵੀ ਹੋਣੀ ਹੈ। ਇਸ ਲਈ ਜਦੋਂ ਤੱਕ ਮਨ ਸਾਫ਼ ਨਹੀਂ, ਦੇਖੋ ਆਪਾਂ ਇੱਥੇ ਬੈਠੇ ਹਾਂ ਸਵੇਰ ਦੇ 11 ਵਜੇ ਕਿਸਾਨ ਲੜ ਰਹੇ, ਮਨ ਅਜੇ ਵੀ ਸਾਫ਼ ਨਹੀਂ, ਅਜੇ ਵੀ ਅੰਦਰ ਹੰਕਾਰ ਹੈ, ਈਗੋ ਹੈ, ਤਾਂ ਫਿਰ ਸਮਝੌਤਾ ਕਿਵੇਂ ਹੋ ਸਕਦਾ। ਪ੍ਰਸ਼ਾਸਨ ਨੇ ਤੁਹਾਨੂੰ ਕੀ ਭਰੋਸਾ ਦਿੱਤਾ? ਜਦੋਂ ਪ੍ਰਸ਼ਾਸਨ ਦੇ ਨਾਲ ਤੁਹਾਡੀ ਗੱਲਬਾਤ ਹੋਈ, ਪ੍ਰਸ਼ਾਸਨ ਨੇ ਕੀ ਭਰੋਸਾ ਦਿੱਤਾ ਸੀ? ਪ੍ਰਸ਼ਾਸਨ ਨੇ ਕਿਹਾ ਸੀ ਵੀ 12 ਮੈਂਬਰ ਆਓ ਅੰਦਰ ਇੱਕ ਜਥੇਬੰਦੀਆਂ ਦੇ, ਉਹ ਆਪਣੀ ਗਲਤੀ ਮੰਨੂਗਾ, ਅਸੀਂ ਰਿਕਾਰਡਿੰਗ ਕਰਾਵਾਂਗੇ। ਮੈਂ ਕਹਿੰਦਾ ਪ੍ਰਸ਼ਾਸਨ ਵੀ ਪਿੱਛੇ ਹਟਿਆ ਉਸ ਤੋਂ। ਅਸੀਂ ਪ੍ਰਸ਼ਾਸਨ ਨੂੰ ਵੀ ਕੰਡੈਮ ਕਰਦੇ ਹਾਂ, ਅਸੀਂ ਇਹਦੇ 'ਚ ਤਾਂ ਬੀਜੇਪੀ ਨੂੰ ਵੀ ਕੰਡੈਮ ਕਰਦੇ ਹਾਂ। ਇਹਨਾਂ ਨੂੰ ਹੰਕਾਰ ਹੈ।
ਰਾਜਪੁਰਾ ਦੇ ਵਿੱਚ ਖੜੇ ਹੋਏ ਆ, ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਕਿ ਕਿਸਾਨਾਂ ਵੱਲੋਂ ਲਗਾਤਾਰ ਜਿਹੜਾ ਪ੍ਰਦਰਸ਼ਨ ਸੀ ਉਹ ਕੀਤਾ ਜਾ ਰਿਹਾ ਸੀਗਾ। ਬੀਜੇਪੀ ਦੇ ਲੀਡਰ ਸੀ ਉਹ ਅੰਦਰ ਤਾੜੇ ਹੋਏ ਸੀਗੇ ਔਰ ਬਾਹਰ ਜਿਹੜੇ ਕਿਸਾਨ ਉਹਨਾਂ ਦਾ ਲਗਾਤਾਰ ਧਰਨਾ ਚੱਲ ਰਿਹਾ ਸੀ। ਮਾਫੀ ਮੰਗਣ ਦੀ ਜਿਹੜੀ ਗੱਲ ਹੈ ਉਹ ਕੀਤੀ ਜਾ ਰਹੀ ਸੀ ਔਰ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹਲਚਲ ਹੈ ਜਿਹੜੀ ਉਹ ਨਜ਼ਰ ਹੁੰਦੀ ਇੱਥੇ ਨਜ਼ਰ ਆ ਰਹੀ ਹੈ। ਇੱਕ ਪਾਸੇ ਪੁਲਿਸ ਹੈ ਤਾਂ ਦੂਜੇ ਪਾਸੇ ਕਿਸਾਨ ਜਿਹੜੇ ਦੋਨੋਂ ਆਮੋ ਸਾਹਮਣੇ ਹੁੰਦੇ ਇੱਕ ਤਰੀਕੇ ਦੇ ਨਾਲ ਜਿਹੜੇ ਉਹ ਨਜ਼ਰ ਆ ਰਹੇ ਨੇ। ਸੋ ਇਸ ਵਕਤ ਤੁਸੀਂ ਸਾਫ਼ ਤੌਰ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਅੰਦਰ ਆਗੂ ਸੀ ਸ਼ਾਇਦ ਉਹਨਾਂ ਨੂੰ ਕੱਢ ਲਿਆ ਗਿਆ ਹੈਗਾ ਔਰ ਦੂਜੇ ਪਾਸੇ ਜਿਹੜੀ ਪੁਲਿਸ ਦੀ ਟੀਮਾਂ ਹੈਗੀਆਂ, ਪੁਲਿਸ ਦੀਆਂ ਟੀਮਾਂ ਬਿਲਕੁਲ ਸਾਈਡ ਤੇ ਹੁੰਦੀਆਂ ਨਜ਼ਰ ਆ ਰਹੀਆਂ ਨੇ। ਲੱਗ ਰਿਹਾ ਕਿ ਕਿਸੇ ਵਹੀਕਲ ਦੀ ਕੱਢਦੇ ਬਾਹਰ ਜੀ। ਪੁਲਿਸ ਨੇ ਭਜਾਤੇ ਜੀ। ਪੁਲਿਸ ਦੀ ਮਿਲੀ ਭੁਗਤਾ ਸਾਰੀ ਪ੍ਰਸ਼ਾਸਨ ਦੀ। ਪ੍ਰਸ਼ਾਸਨ ਨੇ ਭਜਾਏ ਨੇ। ਦੇਖੋ ਇੱਕ ਪਾਸੇ ਦੋਗਲੀ ਨੀਤੀ, ਇੱਕ ਪਾਸੇ ਸਾਨੂੰ ਮੀਟਿੰਗ ਵਾਸਤੇ ਬੁਲਾ ਰਹੇ, ਸਾਨੂੰ ਸਵੇਰ ਦੇ ਪੰਬਲ ਪੂਸੇ 'ਚ ਪਾਇਆ ਸਵੇਰ ਦਾ, ਹੁਣ ਉਹ ਭਜਾਤੇ। ਤਸਵੀਰਾਂ ਅੱਗੇ ਦੀਆਂ ਵੀ ਦਿਖਾ ਦਿੰਦੇ ਆ, ਤਸਵੀਰਾਂ ਅੱਗੇ ਦੀਆਂ ਵੀ ਤੁਹਾਨੂੰ ਦਿਖਾ ਦਿੰਦੇ ਆ। ਇਸ ਵਕਤ ਜਿਹੜੀ ਕੋਠੀ ਦੇ ਬਾਹਰ ਦੀਆਂ ਤਸਵੀਰਾਂ ਨੇ, ਸਿੱਧੀ ਗੁੰਡਾਗਰਦੀ ਚੱਲ ਰਹੀ ਆ। ਮੈਂ ਆਪਣੇ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਦੱਸ ਰਿਹਾ ਸਮਾਂ ਸਵੇਰਾ 4 ਵਜੇ ਦਾ ਇਹ ਪੁਲਿਸ ਪ੍ਰਸ਼ਾਸਨ ਸਾਡੇ ਉੱਤੇ ਗੁੰਡਾਗਰਦੀ ਕਰਵਾ ਰਿਹਾ ਹੈ। ਸਾਨੂੰ ਕਹੀ ਗਿਆ ਵੀ ਅਸੀਂ ਮਾਫੀ ਮੰਗਾਵਾਂਗੇ। ਸਾਫ਼ ਤੌਰ ਤੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ। ਜਿਹੜਾ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਗੁੰਡਾਗਰਦੀ ਬਿਲਕੁਲ ਨਹੀਂ ਰਾਜਪੁਰਾ ਦੀਆਂ ਤਸਵੀਰਾਂ ਨੇ, ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਗੱਡੀਆਂ ਦਾ ਜਿਹੜਾ ਕਾਫਲਾ ਹੈਗਾ ਉਹ ਨਿਕਲ ਚੁੱਕਾ ਹੈਗਾ। ਕਾਫਲਾ ਗੱਡੀ ਦੇ ਇੱਥੇ ਸ਼ੀਸ਼ੇ ਵੀ ਪੰਨੇ ਗਏ ਨੇ। ਸੋ ਇਸ ਵਕਤ ਜਿਹੜੀ ਤਸਵੀਰ ਤੁਸੀਂ ਦੇਖ ਸਕਦੇ ਹੋ, ਜਿਹੜੇ ਸ਼ੀਸ਼ੇ ਵੀ ਪੰਨੇ ਗਏ ਨੇ, ਲੀਡਰ ਨੇ ਜਿਹੜੇ ਉਹਨਾਂ ਨੂੰ ਕੱਢ ਦਿੱਤਾ ਗਿਆ ਹੈਗਾ। ਇਸ ਵਕਤ ਜਿਹੜੀ ਤਸਵੀਰ ਤੁਹਾਨੂੰ ਨਜ਼ਰ ਆ ਰਹੀ ਹੈਗੀ, ਜਿਹੜੇ ਵੱਖ-ਵੱਖ ਏਰੀਆ ਉਹ ਕੱਢ ਦਿੱਤੇ ਗਏ। ਸੰਦੀਪ ਸੋ ਸਾਫ਼ ਤੌਰ ਤੇ ਤੁਹਾਨੂੰ ਦਿਖਾ ਦਿੰਦੇ ਆ। ਅਧਿਕਾਰੀ ਵੀ ਲਗਾਤਾਰ ਸੀ, ਅਧਿਕਾਰੀ ਵੀ ਇੱਥੇ ਮੌਜੂਦ ਸੀ। ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜਿਹੜੀ ਨਾਅਰੇਬਾਜ਼ੀ ਉਹ ਕੀਤੀ ਜਾ ਰਹੀ ਹੈ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਸੀ ਉਹ ਪਹੁੰਚੇ ਹੋਏ ਸੀ। ਸਾਹਮਣੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਕਿ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਆ ਉਹ ਸੀ ਔਰ ਜਿਹੜੇ तमाम ਲੋਕ ਨੇ ਜਿਹੜੇ ਅੰਦਰ ਤਾੜੇ ਹੋਏ ਸੀ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈਗਾ। ਸੋ ਇੱਕ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਸੀ ਤਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਜ਼ਰੀਏ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਤੁਹਾਨੂੰ ਉਹ ਜਾਂਦੇ ਨਜ਼ਰ ਆ ਰਹੇ ਨੇ ਕਿ ਕਿਸ ਤਰ੍ਹਾਂ ਜਿਹੜੇ ਅਧਿਕਾਰੀ ਆ ਉਹਨਾਂ ਦੇ ਵੱਲੋਂ ਜਿਹੜੇ तमाम ਲੋਕ ਸੀ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ। ਪਿੱਛੇ ਵੀ ਥੋੜਾ ਰੌਲਾ ਨਜ਼ਰ ਆ ਰਿਹਾ, ਉਧਰ ਨੂੰ ਮੂਵ ਕਰਾਂਗੇ ਵਿਨੋਦ, ਤਸਵੀਰਾਂ ਉਧਰ ਦੀਆਂ ਵੀ ਦਿਖਾ ਦਈਏ। ਔਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਅਧਿਕਾਰੀ ਨੇ ਉਹ ਨਿਕਲ ਰਹੇ ਨੇ ਇੱਥੋਂ। ਇਸ ਵਕਤ ਰਾਜਪੁਰਾ ਦੀਆਂ ਇਹ ਤਸਵੀਰਾਂ ਨੇ। ਸੋ ਰਾਜਪੁਰਾ ਦੀਆਂ ਤਸਵੀਰਾਂ ਨੇ, ਜਿਹੜੇ तमाम ਲੋਕ ਸੀ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ। ਕੈਮਰਾਮੈਨ ਵਿਨੋਦ ਦੇ ਨਾਲ ਰੋਹਿਤ ਬੰਸਲ, ਪੱਕਾ ਨਿਊਜ਼ 18 ਪੰਜਾਬ, ਰਾਜਪੁਰਾ। ਤੇ ਇਸ ਸਭ ਦੇ ਵਿਚਾਲੇ ਲਗਾਤਾਰ ਕਿਸਾਨਾਂ ਦੇ ਵੱਲੋਂ ਇਲਜ਼ਾਮ ਲਾਏ ਜਾ ਰਹੇ ਸਨ ਕਿ ਬੀਜੇਪੀ ਆਗੂ ਦੇ ਗਨਮੈਨ ਨੇ ਪਿਸਟਲ ਕੱਢੀ, ਜਿਸ ਤੋਂ ਬਾਅਦ ਇਹ ਵਿਵਾਦ ਭਖਿਆ। ਕਿਸਾਨਾਂ ਨੇ ਪਿਸਤੌਲ ਦਿਖਾ ਕੇ ਧਮਕਾਉਣ ਦੇ ਇਲਜ਼ਾਮ ਲਾਏ। ਗਨਮੈਨ ਨੇ ਸਾਨੂੰ ਪਿਸਤੌਲ ਵਿਖਾਈ, ਕਿਸਾਨਾਂ ਨੇ ਕਿਹਾ। ਪਿਸਤੌਲ ਵਿਖਾਉਣ ਤੋਂ ਬਾਅਦ ਕਿਸਾਨ ਭੜਕ ਉੱਠੇ ਤੇ ਭੁਪੇਸ਼ ਅਗਰਵਾਲ ਨੂੰ ਮਾਫੀ ਮੰਗਣ ਦੇ ਲਈ ਕਿਹਾ। ਹੁਣ ਉਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਗਨਮੈਨ ਦੀ ਪਿਸਟਲ ਹੈ ਜਿਹੜੀ ਉਹ ਨਜ਼ਰ ਆ ਰਹੀ ਹੈ। ਤਸਵੀਰਾਂ ਸਾਹਮਣੇ ਆਈਆਂ ਨੇ। ਹਾਲਾਂਕਿ ਬੀਜੇਪੀ ਆਗੂਆਂ ਦਾ ਕਹਿਣਾ ਹੈ ਕਿ ਆਪਣੀ ਸੇਫਟੀ ਦੇ ਲਈ ਜਿਹੜਾ ਗਨਮੈਨ ਹੈ ਉਸਨੇ ਪਿਸਟਲ ਕੱਢੀ, ਉਸਨੇ ਸੁਰੱਖਿਆ ਦੇ ਮੱਦੇਨਜ਼ਰ ਇਹ ਜਿਹੜੀ ਕੋਸ਼ਿਸ਼ ਹੈ ਬੀਜੇਪੀ ਆਗੂ ਨੂੰ ਬਚਾਉਣ ਦੇ ਲਈ ਕੀਤੀ। ਲੇਕਿਨ ਦੂਸਰੇ ਪਾਸੇ ਕਿਸਾਨਾਂ ਦੇ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ ਕਿ ਪਿਸਟਲ ਕੱਢ ਕੇ ਉਹਨਾਂ ਨੂੰ ਧਮਕਾਇਆ ਗਿਆ, ਜਿਸ ਸਭ ਦੇ ਚੱਲਦੇ ਜਿਹੜਾ ਵਿਵਾਦ ਹੈ ਜ਼ਿਆਦਾ ਵਧਿਆ, ਜਿਸ ਤੋਂ ਬਾਅਦ ਭੁਪੇਸ਼ ਅਗਰਵਾਲ ਤੋਂ ਮਾਫੀ ਮੰਗਣ ਦੀ ਮੰਗ ਕਿਸਾਨਾਂ ਦੇ ਵੱਲੋਂ ਕੀਤੀ ਗਈ ਤੇ ਜਿਸ ਨੂੰ ਲੈ ਕੇ ਪੂਰਾ ਘਟਨਾਕ੍ਰਮ ਵਾਪਰਿਆ। ਦੇਰ ਰਾਤ ਤੱਕ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਰਿਹਾ। ਇੱਕ ਘਰ ਦੇ ਵਿੱਚ ਬੀਜੇਪੀ ਆਗੂਆਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ, ਘੇਰਾ ਪਾਇਆ ਗਿਆ। ਕਿਸਾਨਾਂ ਦੇ ਵੱਲੋਂ ਲਗਾਤਾਰ ਜਿਹੜੀ ਮਾਫੀ ਮੰਗਣ ਦੀ ਮੰਗ ਕੀਤੀ ਗਈ, ਲੇਕਿਨ 4 ਵਜੇ ਸਵੇਰੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਬੀਜੇਪੀ ਆਗੂਆਂ ਨੂੰ ਉੱਥੋਂ ਕੱਢ ਲਿਆ ਗਿਆ। ਤੇ ਇਸ ਪੂਰੇ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਹੁਕਮ ਜਾਰੀ ਕੀਤੇ। ਰਾਜਪੁਰਾ ਦੇ ਵਿੱਚ ਫਸੇ ਬੀਜੇਪੀ ਆਗੂਆਂ ਨੂੰ ਬਾਹਰ ਕੱਢਣ ਦੇ ਹੁਕਮ ਹਾਈ ਕੋਰਟ ਦੇ ਵੱਲੋਂ ਦਿੱਤੇ ਗਏ। ਉਹਨਾਂ ਨੂੰ ਪੂਰੀ ਸੁਰੱਖਿਆ ਦੇਣ ਦੀ ਗੱਲ ਜਿਹੜੀ ਹੈ ਉਹ ਹਾਈ ਕੋਰਟ ਦੇ ਵੱਲੋਂ ਕਹੀ ਗਈ। ਅਦਾਲਤ ਨੇ ਅੱਜ ਇਸ ਮਸਲੇ ਦੇ ਉੱਤੇ ਪੂਰੀ ਰਿਪੋਰਟ ਵੀ ਮੰਗੀ ਹੈ। ਅੱਜ 2 ਵਜੇ ਤੱਕ ਰਿਪੋਰਟ ਦੇਣ ਦੇ ਹੁਕਮ ਹਾਈ ਕੋਰਟ ਦੇ ਵੱਲੋਂ ਦਿੱਤੇ ਗਏ ਨੇ। ਇਸ ਪੂਰੇ ਮਸਲੇ ਦੇ ਵਿੱਚ ਹਾਈ ਕੋਰਟ ਦਾ ਦਖਲ ਵੀ ਹੁਣ ਨਜ਼ਰ ਆ ਰਿਹਾ ਹੈ। ਹਾਈ ਕੋਰਟ ਨੇ ਬੀਜੇਪੀ ਆਗੂਆਂ ਨੂੰ ਸੁਰੱਖਿਆ ਦੇਣ ਦੀ ਗੱਲ ਕੀਤੀ ਹੈ ਕਿ ਉਹਨਾਂ ਨੂੰ ਸੁਰੱਖਿਆ ਯਕੀਨੀ ਬਣਾਉਣ ਦੀ ਗੱਲ ਕੀਤੀ ਹੈ ਤੇ ਆਗੂਆਂ ਨੂੰ ਉੱਥੋਂ ਕੱਢਣ ਦੇ ਲਈ ਹੁਕਮ ਜਾਰੀ ਕੀਤੇ ਗਏ ਸਨ ਤੇ ਅੱਜ 2 ਵਜੇ ਤੱਕ ਹਾਈ ਕੋਰਟ ਦੇ ਵੱਲੋਂ ਇਸ ਪੂਰੇ ਮਸਲੇ ਤੇ ਰਿਪੋਰਟ ਮੰਗੀ ਗਈ ਹੈ।
ਤੇ ਜਿਸ ਘਰ ਦੇ ਵਿੱਚ ਬੀਜੇਪੀ ਆਗੂਆਂ ਨੂੰ ਘੇਰਾ ਪਾਇਆ ਹੋਇਆ ਸੀ ਕਿਸਾਨਾਂ ਦੇ ਵੱਲੋਂ, ਉਸ ਘਰ ਦੇ ਮਾਲਕ ਅਜੇ ਚੌਹਾਨ ਦਾ ਦਾਅਵਾ ਹੈ ਕਿ ਭੁਪੇਸ਼ ਅਗਰਵਾਲ ਦੇ ਸੰਪਰਕ ਦੇ ਵਿੱਚ ਲਗਾਤਾਰ ਬੀਜੇਪੀ ਹਾਈ ਕਮਾਂਡ ਬਣੀ ਰਹੀ ਹੈ। ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਲਗਾਤਾਰ ਗੱਲਬਾਤ ਕਰ ਰਹੀ ਸੀ ਆਗੂਆਂ ਦੇ ਨਾਲ। ਅਮਿਤ ਸ਼ਾਹ ਤੇ ਜੇਪੀ ਨੱਡਾ ਨੇ ਆਗੂਆਂ ਦੇ ਨਾਲ ਗੱਲਬਾਤ ਕੀਤੀ। ਘਰ ਦੇ ਅੰਦਰ ਪੋਜ਼ਿਟਿਵ ਮਾਹੌਲ ਸੀ, ਇਹ ਵੀ ਅਜੇ ਚੌਹਾਨ ਨੇ ਕਿਹਾ। ਤੇ ਇਹ ਵੀ ਕਿਹਾ ਕਿ ਪਟਿਆਲਾ ਪ੍ਰਸ਼ਾਸਨ ਨੇ, ਪਟਿਆਲਾ ਦੇ ਜਿਹੜੇ ਪੁਲਿਸ ਅਧਿਕਾਰੀ ਨੇ, ਉਹਨਾਂ ਨੇ ਚੰਗੀ ਤਰ੍ਹਾਂ ਆਪਣੀ ਜ਼ਿੰਮੇਵਾਰੀ ਨਿਭਾਈ ਤੇ ਸੁਰੱਖਿਅਤ ਜਿਹੜੇ ਆਗੂ ਨੇ ਉਹਨਾਂ ਨੂੰ 4 ਵਜੇ ਤਕਰੀਬਨ ਬਾਹਰ ਕੱਢਿਆ ਗਿਆ। ਮੌਜੂਦਾ ਜਿੱਥੇ ਬੀਜੇਪੀ ਦੇ ਲੀਡਰ ਅੰਦਰ ਬੈਠੇ ਹੋਏ ਸੀ ਔਰ ਬਾਹਰ ਕਿਸਾਨ ਧਰਨਾ ਲਗਾ ਕੇ ਬੈਠੇ ਸੀ। ਅੰਦਰ ਦੀਆਂ ਤਸਵੀਰਾਂ ਤੁਹਾਨੂੰ ਘਰ ਦੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਘਰ ਦੇ ਵਿੱਚ ਕੌਣ-ਕੌਣ ਨੇ ਔਰ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਸ ਸਮੇਂ ਸੀਗਾ। ਇਸ ਵਕਤ ਅੰਦਰ ਜਿਹੜੇ ਘਰ ਦੇ ਮਾਲਕ ਨੇ ਉਹ ਅੰਦਰ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਨਮਸਕਾਰ ਜੀ, ਕੀ ਨਾਮ ਹੈ ਤੁਹਾਡਾ? ਸਰ ਅਜੇ ਚੌਧਰੀ। ਅਜੇ ਜੀ, ਕਿਹੜੇ-ਕਿਹੜੇ ਲੀਡਰ ਸੀ ਜਿਹੜੇ ਜਦੋਂ ਅੰਦਰ ਬਾਹਰ ਕਿਸਾਨ ਧਰਨਾ ਲਈ ਬੈਠੇ ਸੀ ਤਾਂ ਅੰਦਰ ਲੀਡਰ ਕਿਹੜੇ-किहड़े ਸੀਗੇ? सर एक तो हमारे पंजाब जनरल सेक्रेटरी श्री सुभाष शर्मा जी, उनके साथ भूपेश अग्रवाल जी प्रभारी पटियाला उत्तरी देहाती के थे। हमारे जिला प्रधान विकास शर्मा जी, गोल्डी जी हमारे जिला जनरल सेक्रेटरी, और उसके अलावा कोहली जी, SK देव जी और मैडम नौलखा जी, और उसके अलावा उनके साथ जो भारी संख्या 10-15 लोग और थे, लगभग 25 से 30 लोग थे हम बीच में। सर ਸੋ ਕਰੀਬ ਥੋੜੇ ਲੋਕਾਂ ਨੂੰ 4 ਵਜੇ ਕੱਢ ਦਿੱਤਾ ਗਿਆ, ਥੋੜੇ ਲੋਕਾਂ ਨੂੰ ਉਸ ਤੋਂ ਬਾਅਦ ਕੱਢਿਆ ਗਿਆ। ਭਾਰੀ ਮੁਸ਼ੱਕਤ ਦਾ ਸਾਹਮਣਾ ਪ੍ਰਸ਼ਾਸਨ ਨੂੰ ਵੀ ਕਰਨਾ ਪਿਆ। ਅੰਦਰ ਕਿਹੋ ਜਿਹਾ ਮਾਹੌਲ ਸੀ ਉਸ ਸਮੇਂ ਦੀ ਗੱਲ ਕਰੀਏ? अंदर थोड़ा सा पॉजिटिव माहौल था, क्योंकि सारे लीडर हमारे बहुत ही ज़्यादा पॉजिटिव थे, क्योंकि ऊपर से जो सेंट्रल गवर्नमेंट से अमित शाह जी का, नड्डा जी का, होम मिनिस्ट्री का बिल्कुल हमारे लिंक में थे। उन्होंने बिल्कुल हमको आश्वासन दिया कि डरने की कोई ज़रूरत नहीं है, आराम से हौसले से बैठे रहो, आपको निकालेंगे। और अमित शाह ने और जेपी नड्डा ने तो फोन पर गलबात की, जो लीडर अंदर बैठे थे? हाँ, हमारे लीडरों के साथ उन्होंने पूरी बात करी है, अभी कोई डरने की ज़रूरत नहीं है, आराम से बैठे रहो, वो निकालेंगे आपको बाहर। मैं अपना SSP साहब की, दुग्गल जी की, या फिर जो अपने DAG साहब थे उनकी भी, DC साहब के, कुमारमी जी की भी बहुत प्रशंसा करता हूँ, जिन्होंने बहुत तरीके से हर चीज़ बहुत सही तरीके से हैंडल करके उसको सही तरीके से सही मैं पे किया, और सारे हमारे जो लीडर हैं उनको बिल्कुल तरीके से बाहर निकाला। ਗੱਲ ਕਰੀ ਜਾਵੇ, ਘਰ ਦੀ ਲਾਈਟ ਵੀ ਕੱਟ ਦਿੱਤੀ ਗਈ ਸੀ, ਪਾਣੀ ਵੀ ਬੰਦ ਕਰ ਦਿੱਤਾ ਸੀ, ਤਾਂ ਅੰਦਰ ਕੀ ਗਰਮੀ ਦੇ ਨਾਲ ਕੋਈ ਤੰਗ ਹੋਣ ਵਾਲਾ ਕੀ ਮਾਹੌਲ? ਔਰ ਬੱਚੇ ਅਸੀਂ ਦੇਖ ਰਹੇ ਹਾਂ ਕਿ ਘਰ ਦੇ ਵਿੱਚ ਬੱਚੇ ਸੀਗੇ। देखो थोड़ी बहुत तो दिक्कत फिर आती है, पर हमारे युवा मोर्चा के वर्करों ने और हमारे अपने बीजेपी के वर्करों ने हमको अंदर पानी पहुंचाया, कोल्ड ड्रिंक पहुंचाई, बर्फ़ पहुंचाई, वो जैसे कैसे उन्होंने करा, कोई दिक्कत आने नहीं दी। वैसे खाना भी बहुत बढ़िया पहुंचा दिया अंदर, उन्होंने मशक्क़त करी, हम उनके भी बहुत आभारी हैं, युवा मोर्चे के बहुत आभारी हैं, और अपनी बीजेपी की जो हमारी टीम है राजपुरा की, खास तौर से उसके बहुत आभारी हैं। ਸੋ ਸਾਫ਼ ਤੌਰ ਤੇ ਅਸੀਂ ਘਰ ਦੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਇਸੇ ਕਮਰੇ ਦੇ ਵਿੱਚੋਂ ਬੀਜੇਪੀ ਦੇ ਲੀਡਰ ਮੌਜੂਦ ਸੀ ਜਦੋਂ ਕਿਸਾਨਾਂ ਦਾ ਬਾਹਰ ਧਰਨਾ ਚੱਲ ਰਿਹਾ ਸੀ। ਬਾਹਰ ਵੀ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਦਿੰਦੇ ਆ, ਜਿਹੜੀ ਲੌਬੀ ਬਾਹਰ ਬਣੀ ਹੋਈ ਹੈ ਉਸ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਪੂਰੇ ਇਹ ਘਰ ਦਾ ਏਰੀਆ ਹੈਗਾ ਜਿੱਥੇ ਬੀਜੇਪੀ ਦੇ ਲੀਡਰ ਬੈਠੇ ਹੋਏ ਸੀ ਔਰ ਬਾਹਰ ਕਿਸਾਨਾਂ ਦਾ ਧਰਨਾ ਲਗਾਤਾਰ ਚੱਲ ਰਿਹਾ ਸੀ। ਔਰ ਜਿਸ ਤਰ੍ਹਾਂ ਅਜੇ ਜ਼ਿਕਰ ਕਰ ਰਹੇ ਸੀ ਕਿ ਅਮਿਤ ਸ਼ਾਹ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਔਰ ਜੇਪੀ ਨੱਡਾ ਜਿਹੜੇ ਬੀਜੇਪੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਆ, ਉਹ ਲਗਾਤਾਰ ਇਹਨਾਂ ਦੇ ਟੱਚ ਦੇ ਵਿੱਚ ਸੀ, ਇਹਨਾਂ ਨਾਲ ਫੋਨ ਲਾਈਨ ਤੇ ਗੱਲਬਾਤ ਕੀਤੀ ਔਰ ਹੌਸਲਾ ਅਫਜ਼ਾਈ ਜਿਹੜੀ ਲਗਾਤਾਰ ਇਹਨਾਂ ਦੀ ਕਰ ਰਹੇ ਸੀ ਕਿ ਤੁਸੀਂ ਅੰਦਰ ਹੋ, ਪ੍ਰਸ਼ਾਸਨ ਤੁਹਾਨੂੰ ਬਾਹਰ ਕੱਢੇਗਾ। ਔਰ ਦੂਜੇ ਪਾਸੇ ਇਹਨਾਂ ਵੱਲੋਂ ਪਟਿਆਲਾ ਪ੍ਰਸ਼ਾਸਨ ਦਾ ਵੀ ਇੱਕ ਤਰੀਕੇ ਦੇ ਨਾਲ ਧੰਨਵਾਦ ਕੀਤਾ ਗਿਆ। ਕੈਮਰਾਮੈਨ ਵਿਨੋਦ ਦੇ ਨਾਲ ਰੋਹਿਤ ਬੰਸਲ, ਪੱਕਾ ਨਿਊਜ਼ 18 ਪੰਜਾਬ, ਰਾਜਪੁਰਾ। ਤੇ ਪੂਰਾ ਮਸਲਾ ਤੁਹਾਨੂੰ ਗ੍ਰਾਫਿਕਸ ਦੇ ਜ਼ਰੀਏ ਸਮਝਾ ਦਿੰਦੇ ਆ ਕੀ ਕੁਝ ਕੱਲ ਵਾਪਰਿਆ। ਰਾਜਪੁਰਾ ਦੇ ਵਿੱਚ ਬੀਜੇਪੀ ਲੀਡਰ ਮੀਟਿੰਗ ਕਰਨ ਪਹੁੰਚੇ, ਕਿਸਾਨਾਂ ਨੇ ਬੀਜੇਪੀ ਆਗੂਆਂ ਦਾ ਵਿਰੋਧ ਕੀਤਾ, ਪੁਲਿਸ ਨੇ ਬੀਜੇਪੀ ਆਗੂਆਂ ਨੂੰ ਮੌਕੇ ਤੋਂ ਬਾਹਰ ਕੱਢਿਆ। ਕਿਸਾਨਾਂ ਨੇ ਬੀਜੇਪੀ ਆਗੂਆਂ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ। ਭੁਪੇਸ਼ ਅਗਰਵਾਲ ਦੇ ਗਨਮੈਨ ਨੇ ਪਿਸਟਲ ਕੱਢਿਆ, ਭੀੜ ਨੂੰ ਡਰਾਉਣ ਦੇ ਲਈ ਗਨਮੈਨ ਨੇ ਪਿਸਟਲ ਕੱਢਿਆ। ਪਿਸਟਲ ਕੱਢਣ ਤੋਂ ਬਾਅਦ ਕਿਸਾਨ ਹੋਰ ਵੀ ਜ਼ਿਆਦਾ ਭੜਕ ਗਏ। ਬੀਜੇਪੀ ਆਗੂਆਂ ਨੇ ਇੱਕ ਘਰ ਦੇ ਵਿੱਚ ਟਿਕਾਣਾ ਬਣਾਇਆ। ਫਿਰ ਕਿਸਾਨਾਂ ਨੇ ਬੀਜੇਪੀ ਆਗੂ ਨੂੰ ਮਾਫੀ ਮੰਗਣ ਦੀ ਜਿਹੜੀ ਮੰਗ ਕੀਤੀ। ਬੀਜੇਪੀ ਆਗੂਆਂ ਨੇ ਮਾਫੀ ਮੰਗਣ ਤੋਂ ਇਨਕਾਰ ਕਰ ਦਿੱਤਾ। ਕਿਸਾਨ ਗੁੱਸੇ 'ਚ ਆਏ ਤੇ ਘਰ ਦੀ ਬਿਜਲੀ ਤੱਕ ਕੱਟ ਦਿੱਤੀ। ਪੁਲਿਸ ਆਪਸੀ ਸਹਿਮਤੀ ਬਣਾਉਣ ਦੀ ਲਗਾਤਾਰ ਕੋਸ਼ਿਸ਼ ਕਰਦੀ ਰਹੀ। ਪੂਰੀ ਰਾਤ ਕਿਸਾਨਾਂ, ਪ੍ਰਸ਼ਾਸਨ ਤੇ ਬੀਜੇਪੀ ਵਿਚਾਲੇ ਗੱਲਬਾਤ ਹੁੰਦੀ ਰਹੀ। ਬੀਜੇਪੀ ਹਾਈ ਕਮਾਨ ਬੰਦੀ ਬਣਾਏ ਆਗੂਆਂ ਦੇ ਸੰਪਰਕ ਦੇ ਵਿੱਚ ਰਹੀ। ਇਸ ਵਿਚਾਲੇ ਹਾਈ ਕੋਰਟ ਦਾ ਆਰਡਰ ਵੀ ਆ ਜਾਂਦਾ ਹੈ। ਕੋਰਟ ਬੀਜੇਪੀ ਆਗੂਆਂ ਦੀ ਸੁਰੱਖਿਅਤ ਰਿਹਾਈ ਦਾ ਆਰਡਰ ਦਿੰਦੀ ਹੈ ਤੇ ਸਵੇਰੇ 4 ਵਜੇ ਪੁਲਿਸ ਬੀਜੇਪੀ ਆਗੂਆਂ ਨੂੰ ਬਾਹਰ ਕੱਢਦੀ ਹੈ। ਪੁਲਿਸ ਵੱਲੋਂ ਚਕਮਾ ਦਿੱਤੇ ਜਾਣ ਤੋਂ ਕਿਸਾਨ ਹੋਰ ਭੜਕ ਜਾਂਦੇ ਨੇ। ਬੀਜੇਪੀ ਆਗੂਆਂ ਨੂੰ ਬਾਹਰ ਕੱਢਣ ਮੌਕੇ ਗੱਡੀਆਂ ਦੀ ਭੰਨਤੋੜ ਹੁੰਦੀ ਹੈ। ਪੂਰਾ ਘਟਨਾਕ੍ਰਮ ਇਸ ਤਰੀਕੇ ਦੇ ਨਾਲ ਵਾਪਰਿਆ। ਸਵੇਰੇ 4 ਵਜੇ ਇਹ ਜਿਹੜੇ ਆਗੂ ਨੇ, ਬੀਜੇਪੀ ਆਗੂ ਨੇ, ਉਹਨਾਂ ਨੂੰ ਘਰ ਦੇ ਵਿੱਚੋਂ ਪੁਲਿਸ ਦੇ ਦੁਆਰਾ ਸੁਰੱਖਿਅਤ ਬਾਹਰ ਕੱਢਿਆ ਜਾਂਦਾ। ਇਸ ਦੌਰਾਨ ਹਾਲਾਂਕਿ ਭੰਨਤੋੜ ਹੁੰਦੀ ਹੈ, ਗੱਡੀਆਂ ਦੇ ਸ਼ੀਸ਼ੇ ਵੀ ਟੁੱਟਦੇ ਨੇ।
ਤੇ ਸਾਡੇ ਨਾਲ ਇਸ ਵੇਲੇ ਕਿਸਾਨ ਆਗੂ ਹਰਮੀਤ ਕਾਦੀਆਂ ਜੁੜੇ ਹੋਏ ਨੇ। ਕਾਦੀਆਂ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਸਰ, ਜਾਣਨਾ ਚਾਹਾਂਗੇ, ਬੀਜੇਪੀ ਆਗੂਆਂ ਦਾ ਇਲਜ਼ਾਮ ਹੈ ਕਿ ਕਿਸਾਨਾਂ ਨੇ ਘੇਰਾ ਪਾਇਆ, ਇਸ ਕਰਕੇ ਜਿਹੜਾ ਸੁਰੱਖਿਆ ਦੇ ਲਈ ਗਨਮੈਨ ਦੇ ਵੱਲੋਂ ਪਿਸਟਲ ਕੱਢਿਆ ਗਿਆ ਕਿ ਸੇਫਟੀ ਦੇ ਲਈ ਗਨਮੈਨ ਦਿੱਤਾ ਹੁੰਦਾ, ਤੇ ਕਿਸਾਨਾਂ ਦਾ ਇਲਜ਼ਾਮ ਹੈ ਕਿ ਗਨਮੈਨ ਨੇ ਪਿਸਟਲ ਕੱਢੀ, ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਭੜਕਿਆ। ਲੇਕਿਨ ਕਿਤੇ ਨਾ ਕਿਤੇ ਜਿਹੜੀ ਸੁਰੱਖਿਆ ਦਾ ਮਸਲਾ ਹੈ ਉਹ ਜ਼ਰੂਰ ਬੀਜੇਪੀ ਆਗੂ ਚੱਕ ਰਹੇ ਨੇ। ਹਾਈ ਕੋਰਟ ਨੇ ਵੀ ਇੰਟਰਵੀਨ ਕੀਤਾ ਹੈ, ਕੀ ਕਹਿਣਾ ਚਾਹੋਗੇ? ਬਿਲਕੁਲ, ਹਾਈ ਕੋਰਟ ਨੇ ਇੰਟਰਵੀਨ ਕਰ ਲਿਆ, ਆਪਾਂ ਉਹਦੇ 'ਚ ਨਹੀਂ ਕੁਝ ਬੋਲ ਸਕਦੇ। ਪਰ ਜਿਹੜਾ ਬੀਜੇਪੀ ਆਗੂ ਕਹਿ ਰਹੇ ਨੇ ਵੀ ਪਿਸਟਲ ਕੱਢ ਲਿਆ ਤੇ ਸੁਰੱਖਿਆ ਦਾ ਮਾਮਲਾ ਹੈਗਾ, ਪਰ ਜਿਸ ਹਿਸਾਬ ਨਾਲ ਉਹ ਪ੍ਰਵੋਕ ਕਰ ਰਹੇ ਆ ਲੋਕਾਂ ਨੂੰ, ਕਿਸਾਨ ਬੈਠਿਆਂ ਨੂੰ ਪ੍ਰਵੋਕ ਕੀਤਾ ਸੀ, ਇਹ ਸਾਰਾ ਮਸਲਾ ਉਹਦੇ ਕਾਰਨ ਖਰਾਬ ਹੋਇਆ। ਤੇ ਪ੍ਰੋਵੋਕਿੰਗ ਵਰਡਸ ਉਹਨਾਂ ਨੇ ਯੂਜ਼ ਕੀਤੇ, ਉੱਤੇ ਲੇਡੀਜ਼ ਬੈਠੇ ਸੀਗੇ, ਉਹਨਾਂ ਦੇ ਉੱਤੇ ਗਲਤ ਬਿਆਨਬਾਜ਼ੀ ਕੀਤੀ। ਉਸ ਤੋਂ ਬਾਅਦ ਲੋਕੀ ਭੜਕੇ ਆ। ਉਸ ਤੋਂ ਪਹਿਲਾਂ ਉਹ ਸ਼ਾਂਤਮਈ ਆਪਣਾ ਕਾਲੇ ਝੰਡੇ ਲੈ ਕੇ ਤੇ ਕਿਸਾਨੀ ਝੰਡੇ ਲੈ ਕੇ ਵਿਰੋਧ ਤੇ ਇਸ ਤੋਂ ਅਗਲਾ ਜੋ ਲੈਵਲ ਜਾਂਦਾ ਤਾਂ ਉਹਨਾਂ ਨੂੰ ਪ੍ਰੋਵੋਕਿੰਗ ਵੀ ਆਪਣੀ ਬੰਦ ਕਰਨੀ ਚਾਹੀਦੀ ਹੈ। ਕਾਦੀਆਂ ਸਾਹਿਬ, ਉਹਨਾਂ ਦਾ ਇਹ ਵੀ ਕਹਿਣਾ ਹੈ ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਸਭ ਨੂੰ ਇਜਾਜ਼ਤ ਹੈ ਆਪਣਾ ਕਿਸੇ ਵੀ ਤਰੀਕੇ ਦੇ ਨਾਲ ਉਹ ਵੀ ਮੀਟਿੰਗ ਕਰ ਸਕਦੇ ਨੇ, ਕਿ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ। ਲੇਕਿਨ ਜਦੋਂ ਬੀਜੇਪੀ ਆਗੂ ਕਿਤੇ ਵੀ ਮੀਟਿੰਗ ਕਰਦੇ ਨੇ ਜਾਂ ਕਿਤੇ ਵੀ ਉਹ ਕੋਈ ਐਕਟੀਵਿਟੀ ਕਰਦੇ ਨੇ ਤਾਂ ਉੱਥੇ ਇਸੇ ਕਿਸਮ ਦਾ ਲਗਾਤਾਰ ਵਿਰੋਧ ਦੇਖਿਆ ਜਾਂਦਾ। ਆਪਾਂ ਵੀ ਪੰਜਾਬ ਦੇ ਵਿੱਚ ਲਗਾਤਾਰ ਦੇਖਿਆ ਕਿ ਕਿਤੇ ਵੀ ਬੀਜੇਪੀ ਆਗੂ ਕੋਈ ਮੀਟਿੰਗ ਕਰਦੇ ਨੇ, ਕਿਤੇ ਵੀ ਪਹੁੰਚਦੇ ਨੇ ਤਾਂ ਇਸ ਕਿਸਮ ਦਾ ਵਿਰੋਧ ਨਜ਼ਰ ਆਉਂਦਾ। ਇੱਕ ਪਾਸੇ ਕਿਸਾਨ ਆਗੂ ਕੰਡੈਮ ਜ਼ਰੂਰ ਕਰਦੇ ਨੇ ਕਿ ਜਿਹੜਾ ਸ਼ਾਂਤਮਈ ਪ੍ਰਦਰਸ਼ਨ ਹੋਵੇ, ਲੇਕਿਨ ਅਸੀਂ ਤਸਵੀਰਾਂ ਪਿਛਲੇ ਦਿਨਾਂ ਦੇ ਵਿੱਚ ਵੀ ਦੇਖੀਆਂ ਨੇ, ਤਾਂ ਕਿਤੇ ਨਾ ਕਿਤੇ ਸੁਰੱਖਿਆ ਦਾ ਮਸਲਾ ਤਾਂ ਜ਼ਰੂਰ ਬਣਦਾ ਹੈ। ਨਹੀਂ, ਸੁਰੱਖਿਆ ਦਾ ਮਸਲਾ ਬਣਦਾ ਜਿੱਥੇ ਮੈਨ ਹੈਲਡਿੰਗ ਹੁੰਦੀ ਹੈ। ਅਸੀਂ ਉਹਦਾ ਤੁਹਾਡੇ ਮਾਧਿਅਮ ਥਰੂ ਵੀ ਕਹਿ ਰਹੇ ਹਾਂ ਤੇ ਬਾਕੀ ਵੀ ਅਸੀਂ ਆਪਣਾ ਜਿੰਨੇ ਵੀ ਜਥੇਬੰਦਕ ਢਾਂਚੇ ਹੈਗੇ ਆ ਉਹਨਾਂ ਨੂੰ ਅੱਜ ਮੈਸੇਜ ਦਿੱਤੇ ਆ ਤੇ ਦਿੰਦੇ ਰਹਿੰਦੇ ਆ ਤੇ ਵੀ ਇਹ ਕਦੀ ਵੀ ਇਸ ਤਰੀਕੇ ਦਾ ਮਸਲਾ ਨਹੀਂ ਹੋਣਾ ਚਾਹੀਦਾ। ਪਰ ਜੇ ਤੁਸੀਂ ਕਹੋਗੇ ਵਿਰੋਧ ਦੀ ਪ੍ਰੋਗਰਾਮਿੰਗ ਦੇ ਵਿੱਚ ਐਸਕੇਐਮ ਦਾ ਜਿਹੜਾ ਵਿਰੋਧ ਕਰਨਾ ਕਾਲੇ ਝੰਡੇ ਲਾ ਕੇ, ਕਿਉਂਕਿ ਅਸੀਂ ਜੇ ਹੁਣ 9.5 ਮਹੀਨੇ ਦਾ ਸੰਘਰਸ਼ ਲੜ ਰਹੇ ਹਾਂ, ਸਾਡੀ ਆਵਾਜ਼ ਨਹੀਂ ਉੱਠਦੀ, ਤਾਂ ਇਹਨਾਂ ਨੂੰ ਵੀ ਆਪਣੇ ਪੰਜਾਬੀ ਹੋਣ ਦਾ ਤੇ ਭਾਈਚਾਰਕ ਸਾਂਝ ਰੱਖਣ ਦਾ ਫਰਜ਼ ਨਿਭਾਉਣਾ ਚਾਹੀਦਾ ਸੀ ਵੀ ਉੱਪਰ ਆਪਣੀ ਆਵਾਜ਼ ਪਹੁੰਚਾਉਣ। ਕਿਸਾਨ ਕਿਹੜੀ ਸਥਿਤੀ ਦੇ ਵਿੱਚ ਹੁਣ ਜਿਹੜੇ ਜੇ 3 ਕਾਨੂੰਨ ਇੰਨੇ ਗਲਤ ਨੇ ਤਾਂ ਹੀ ਬੈਠੇ ਆ ਨਾ। ਉਹ ਜੇ ਕਹਿ ਰਹੇ ਸੀ ਕਿ ਕਿਸਾਨਾਂ ਨੂੰ ਕਾਨੂੰਨ ਨਹੀਂ ਪਤਾ, ਪਹਿਲਾਂ ਇਹ ਕਈ ਵਾਰੀ ਕਹਿੰਦੇ ਕਿਸਾਨ ਨਹੀਂ ਹੈਗੇ ਜਿਹੜੇ ਐਜੀਟੇਸ਼ਨ ਕਰ ਰਿਹਾ ਕਿਸਾਨ ਤਾਂ ਖੇਤਾਂ 'ਚ, ਹੁਣ ਤਾਂ ਕਿਸਾਨ ਇਹਨਾਂ ਦੇ ਦਰਵਾਜ਼ੇ ਤੇ ਆ ਗਏ ਤੇ ਹੁਣ ਇਹ ਕੀ ਕਹਿ ਸਕਦੇ ਉਹਨਾਂ ਦੇ ਬਾਰੇ। ਤੇ ਉਹ ਜਿਹੜੀ ਮਸਲਾ ਮੈਨ ਹੈਂਡਲਿੰਗ ਦਾ, ਉਹਦਾ ਅੱਜ ਵੀ ਅਸੀਂ ਕਮੈਂਟ ਕਰਦੇ ਹਾਂ ਵੀ ਨਹੀਂ ਹੋਣੀ ਚਾਹੀਦੀ, ਪਰ ਜਿਹੜੇ ਵਿਰੋਧ ਆ ਉਹ ਜਾਰੀ ਰਹੂਗਾ। ਐਸਕੇਐਮ ਨੇ ਵੀ ਕਿਹਾ ਵੀ ਸ਼ਾਂਤਮਈ ਤਰੀਕੇ ਨਾਲ, ਡੈਮੋਕ੍ਰੈਟਿਕ ਤਰੀਕੇ ਨਾਲ ਜੋ ਆਪਣੀ ਰੱਖਦੇ ਆ, ਉਹ ਆਪਣੇ ਪ੍ਰੋਗਰਾਮ ਰੱਖਦੇ ਆ, ਉਸ ਪ੍ਰੋਗਰਾਮ ਦਾ ਵਿਰੋਧ ਤਾਂ ਕਰ ਰਹੇ ਆ ਵੀ ਇੱਥੇ ਪ੍ਰੋਗਰਾਮ ਕਰਨ ਤੋਂ ਪਹਿਲਾਂ ਤੁਸੀਂ ਦਿੱਲੀ ਗੱਲ ਪਹੁੰਚਾਓ ਵੀ ਕਿਸਾਨਾਂ ਦੀ ਆਵਾਜ਼ ਉੱਪਰ ਤੱਕ ਪਹੁੰਚਾਓ। ਇੱਕ ਮਾਧਿਅਮ ਬੀਜੇਪੀ ਕਾਰਜਕਰਤਾ ਸਗੋਂ ਮਾਧਿਅਮ ਨੇ ਦਾ ਸੁਰਾ ਜੀ। ਕਾਦੀਆਂ ਜੀ, ਇਲਜ਼ਾਮ ਵੀ ਲਗਾਏ ਜਾ ਰਹੇ ਨੇ ਬੀਜੇਪੀ ਆਗੂਆਂ ਦੇ ਵੱਲੋਂ ਕਿ ਕੱਲ ਜਿਸ ਕਿਸਮ ਦਾ ਪ੍ਰਦਰਸ਼ਨ ਹੋਇਆ, ਇਹ ਵੀ ਉਹਨਾਂ ਨੇ ਇਲਜ਼ਾਮ ਲਾਏ ਕਿ ਤਲਵਾਰਾਂ ਲਹਿਰਾਈਆਂ ਗਈਆਂ ਜਾਂ ਜਿਹੜੀ ਪੱਥਰਬਾਜ਼ੀ ਹੋਈ, ਜਾਂ ਇਹ ਵੀ ਕਿਹਾ ਗਿਆ ਕਿ ਐਸਿਡ ਦੀਆਂ ਬੋਤਲਾਂ ਵੀ ਸੀ ਕਿਸਾਨਾਂ ਦੇ ਹੱਥ 'ਚ। ਬਿਲਕੁਲ ਕੋਈ ਪੱਥਰਬਾਜ਼ੀ ਨਹੀਂ ਹੋਈ। ਤੁਸੀਂ ਕੈਮਰਾ, ਤੁਹਾਡੇ ਕੈਮਰਾਮੈਨ ਵੀ ਉੱਥੇ ਸੀ, ਸਾਰੇ ਉੱਥੇ ਸੀ। ਤੁਸੀਂ ਜੇ ਪੱਥਰਬਾਜ਼ੀ ਹੁੰਦੀ ਤੁਸੀਂ ਜ਼ਰੂਰ ਸਕਰੀਨ ਤੇ ਲੈ ਕੇ ਆਉਂਦੇ। ਤੁਸੀਂ ਇੱਕਦਮ ਓਪਨ ਮੀਡੀਆ ਹੋ, ਤੁਸੀਂ ਆਜ਼ਾਦ ਮੀਡੀਆ 'ਚ ਕੰਮ ਕਰ ਰਹੇ ਹੋ। ਨਾ ਤਲਵਾਰਾਂ ਲਗਾਈਆਂ, ਨਾ ਕੋਈ ਤਲਵਾਰ ਦਿਖੀ ਆ, ਨਾ ਕੋਈ ਪੱਥਰ ਦਿਖਿਆ। ਮੈਨੂੰ ਹਾਲ ਤੱਕ ਕੋਈ ਇਹੋ ਜਿਹਾ ਕੋਈ ਚੀਜ਼ ਦਿਖਿਆ ਨਹੀਂ ਹੈ। ਜਿੱਥੇ ਕਿ ਮੈਂ ਉੱਥੇ ਹਾਜ਼ਰ ਨਹੀਂ ਸੀ, ਪਰ ਸਾਡੇ ਪੰਗੂ ਸਾਹਿਬ ਉੱਤੇ ਸੀਨੀਅਰ ਲੀਡਰ ਇੱਕ ਹਾਜ਼ਰ ਸੀ, ਉਹਨਾਂ ਤੋਂ ਪੂਰਾ ਪਤਾ ਕੀਤਾ ਵੀ ਕੋਈ ਇਹੋ ਜਿਹੀ ਕਾਰਵਾਈ ਹੁੰਦੀ ਹੈ ਤਾਂ ਉਹਨੂੰ ਰੋਕਿਆ ਜਾਵੇ, ਪਰ ਕੋਈ ਕਾਰਵਾਈ ਇਹੋ ਜਿਹੀ ਨਹੀਂ ਹੋਈ ਹੈਗੀ। ਇਹਦਾ ਮੈਂ ਸਪੈਸ਼ਲ ਅਸਲਾ ਇਹਨਾਂ ਦੇ ਬੰਦਿਆਂ ਨੇ, ਇਹਨਾਂ ਨੇ ਗਨਮੈਨ ਨੇ ਕੱਢਿਆ। ਜੀ ਸ਼ੁਕਰੀਆ ਕਾਦੀਆਂ ਸਾਹਿਬ ਸਾਡੇ ਨਾਲ ਜੁੜਨ ਦੇ ਲਈ। ਸਾਡੇ ਸਹਿਯੋਗੀ ਰੋਹਿਤ ਬੰਸਲ ਲਾਈਵ ਜੁੜੇ ਹੋਏ ਨੇ। ਰੋਹਿਤ ਪੂਰੀ ਰਾਤ ਉੱਥੇ ਮੌਜੂਦ ਸੀ, ਸਾਰਾ ਘਟਨਾਕ੍ਰਮ ਉਹਨਾਂ ਨੇ ਕਵਰ ਕੀਤਾ। ਰੋਹਿਤ, ਕਿਸਾਨ ਆਗੂਆਂ ਦੇ ਨਾਲ ਗੱਲਬਾਤ ਹੋ ਰਹੀ ਹੈ ਲਗਾਤਾਰ। ਹਰਮੀਤ ਕਾਦੀਆਂ ਕਹਿ ਰਹੇ ਨੇ ਕਿ ਜਿਹੜੀ ਮੈਨ ਹੈਂਡਲਿੰਗ ਹੁੰਦੀ ਹੈ ਉਸ ਨੂੰ ਹਮੇਸ਼ਾ ਕੰਡੈਮ ਕੀਤਾ ਜਾਂਦਾ, ਤੇ ਫਿਰ ਉਹਨਾਂ ਨੇ ਇੱਕ ਵਾਰੀ ਅਪੀਲ ਵੀ ਕੀਤੀ ਹੈ ਕਿ ਇਸ ਕਿਸਮ ਦਾ ਜਿਹੜਾ ਵਿਰੋਧ ਹੈ ਉਹ ਕਿਸਾਨ ਨਾ ਕਰਨ। ਲੇਕਿਨ ਦੂਜੇ ਪਾਸੇ ਨਾਲ ਇਹ ਵੀ ਕਿਹਾ ਕਿ ਬੀਜੇਪੀ ਦੇ ਵੱਲੋਂ ਲਗਾਤਾਰ ਉਕਸਾਇਆ ਜਾ ਰਿਹਾ ਹੈ। ਜੀ ਬਿਲਕੁਲ, ਜੇਕਰ ਗੱਲ ਕਰੀ ਜਾਵੇ ਰਾਜਪੁਰੇ ਦੀ ਘਟਨਾ ਦੀ, ਤਾਂ ਰਾਜਪੁਰੇ ਦੀ ਘਟਨਾ ਦੇ ਵਿੱਚ ਵੀ ਇਹੀ ਹੀ ਚੀਜ਼ ਸਾਹਮਣੇ ਆ ਰਹੀ ਹੈ, ਜਿੱਥੇ ਕਿਸਾਨ ਆਗੂ ਜਿਹੜੇ ਬੀਜੇਪੀ ਦੇ ਲੀਡਰਾਂ ਤੇ ਇਲਜ਼ਾਮ ਲਗਾ ਰਹੇ ਨੇ, ਤਾਂ ਉੱਥੇ ਹੀ ਬੀਜੇਪੀ ਦੇ ਲੀਡਰ ਕਿਸਾਨਾਂ ਤੇ ਇਲਜ਼ਾਮ ਲਗਾ ਰਹੇ ਨੇ। ਦੋਨੇ ਧਿਰਾਂ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੀਆਂ ਨੇ। ਜੇਕਰ ਬੀਜੇਪੀ ਦੇ ਇਲਜ਼ਾਮਾਂ ਦੀ ਗੱਲ ਕਰੀਏ ਤਾਂ ਬੀਜੇਪੀ ਕਹਿ ਰਹੀ ਹੈ ਕਿ ਕਿਸਾਨਾਂ ਨੇ ਉਹਨਾਂ ਤੇ ਹਮਲਾ ਕੀਤਾ, ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਕੱਪੜੇ ਸੀ ਉਹ ਫਾੜਨ ਦੀ ਕੋਸ਼ਿਸ਼ ਕੀਤੀ। ਪਰ ਦੂਜੇ ਪਾਸੇ ਜਦੋਂ ਕਿਸਾਨਾਂ ਨਾਲ ਇਸ ਚੀਜ਼ ਬਾਰੇ ਗੱਲਬਾਤ ਕੀਤੀ ਜਾਂਦੀ ਹੈ ਤਾਂ ਕਿਸਾਨ ਸਾਫ਼ ਤੌਰ ਤੇ ਕਹਿੰਦੇ ਨੇ ਕਿ ਸਾਨੂੰ ਉਕਸਾਇਆ ਗਿਆ, ਬਾਰ-ਬਾਰ ਜਿਹੜੀ ਸਾਨੂੰ ਉਕਸਾਉਣ ਦੀ ਕੋਸ਼ਿਸ਼ ਉਹ ਕੀਤੀ ਗਈ ਹੈ। ਜਿਹੜੀਆਂ ਮਹਿਲਾਵਾਂ ਸੀ ਸਾਡੇ ਨਾਲ, ਉਹਨਾਂ ਦੇ ਨਾਲ ਗਾਲੀ ਗਲੋਚ ਕੀਤੀ ਗਈ ਹੈ। ਔਰ ਨਾਲ ਦੀ ਨਾਲ ਜੇਕਰ
ਗੱਲ ਕਰੀਏ ਮਹਿਲਾਵਾਂ ਦੇ ਲਈ ਅਭੱਦਰ ਇਸ਼ਾਰੇ ਨੇ ਜਿਹੜੇ ਉਹ ਕੀਤੇ ਗਏ ਨੇ। ਇਸੇ ਵਜ੍ਹਾ ਕਦੇ ਕਰਕੇ ਅਸੀਂ ਚਾਹੁੰਦੇ ਸੀ ਕਿ ਬੀਜੇਪੀ ਦੇ ਲੀਡਰ ਮਾਫੀ ਮੰਗਣ, ਇਸੇ ਵਜ੍ਹਾ ਕਰਕੇ ਅਸੀਂ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ। ਕੱਲ ਦੀ ਜਦੋਂ ਗੱਲ ਕਰਦੇ ਹਾਂ, ਕੱਲ ਦੁਪਹਿਰੇ ਇਹ ਘਟਨਾ ਵਾਪਰਦੀ ਹੈ ਤਾਂ ਕਰੀਬ 3 ਵਜੇ ਦਾ ਜਿਹੜਾ ਇੱਕ ਧਰਨਾ ਹੈਗਾ ਉਹ ਇੱਕ ਬੀਜੇਪੀ ਲੀਡਰ ਦੇ ਘਰ ਦੇ ਬਾਹਰ ਸ਼ੁਰੂ ਕਰ ਦਿੱਤਾ ਜਾਂਦਾ ਹੈਗਾ। ਘਰ ਦੀ ਬਿਜਲੀ ਕੱਟ ਦਿੱਤੀ ਜਾਂਦੀ ਆ ਔਰ ਲੋਕ ਉੱਪਰ ਚੜ੍ਹਦੇ ਨੇ ਔਰ ਪਾਣੀ ਦੀ ਜਿਹੜੀ ਟੈਂਕੀਆਂ ਦੀ ਸਪਲਾਈ ਆ ਉਹ ਬੰਦ ਕਰ ਦਿੱਤੀ ਜਾਂਦੀ ਆ। ਅੰਦਰ ਖਾਣਾ ਦੇਣ ਤੋਂ ਮਨਾ ਕਰ ਦਿੱਤਾ ਜਾਂਦਾ ਔਰ ਸਾਫ਼ ਤੌਰ ਤੇ ਜਿਹੜਾ ਵਿਰੋਧ ਸੀਗੇ ਕਿ ਜਿੰਨੀ ਦੇਰ ਤੱਕ ਮਾਫੀ ਨਹੀਂ ਮੰਗੀ ਜਾਏਗੀ ਉਨੀ ਦੇਰ ਤੱਕ ਪ੍ਰਦਰਸ਼ਨ ਜਾਰੀ ਰਹੇਗਾ। ਰਾਤ ਨੂੰ 12 ਵਜੇ ਦੇ ਕਰੀਬ ਪ੍ਰਸ਼ਾਸਨ ਔਰ ਕਿਸਾਨਾਂ ਦੇ ਵਿਚਕਾਰ ਇੱਕ ਗੱਲਬਾਤ ਹੁੰਦੀ ਹੈ ਕਿ ਜਿਹੜੇ ਭੁਪੇਸ਼ ਅਗਰਵਾਲ ਹੈ ਉਹ ਛੱਤ ਤੇ ਆ ਕੇ ਮਾਫੀ ਮੰਗਣਗੇ, ਪਰ ਥੋੜੀ ਦੇਰ ਬਾਅਦ ਹੀ ਪਤਾ ਲੱਗਦਾ ਕਿ ਬੀਜੇਪੀ ਦੇ ਲੀਡਰ ਮਾਫੀ ਨਹੀਂ ਮੰਗ ਰਹੇ। ਥੋੜੀ ਦੇਰ ਬਾਅਦ ਕੁਝ ਹੋਰ ਸਹਿਮਤੀ ਬਣਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾਂਦੀ ਹੈ। ਕਰੀਬ 2 ਵਜੇ ਦੇ ਕਰੀਬ ਆ ਕੇ ਸਹਿਮਤੀ ਬਣਦੀ ਹੈ ਕਿ ਜਿਹੜੇ ਬੀਜੇਪੀ ਦੇ ਲੀਡਰ ਆ ਉਹ ਔਨ ਕੈਮਰਾ ਮਾਫੀ ਮੰਗਣਗੇ, ਮੀਡੀਆ ਦੇ ਸਾਹਮਣੇ ਮਾਫੀ ਮੰਗਣਗੇ ਔਰ ਉਸ ਮਾਫੀ ਨੂੰ ਲੋਕਾਂ ਦੇ ਵਿੱਚ ਦਿਖਾਇਆ ਜਾਏਗਾ। ਪਰ ਕਿਸਾਨ ਲੀਡਰ 12 ਕਿਸਾਨ ਲੀਡਰ ਜਿਹੜੇ ਅੰਦਰ ਮੁਲਾਕਾਤ ਕਰਨ ਲਈ ਜਾਂਦੇ ਨੇ, ਪਰ ਉਹਨਾਂ ਵੱਲੋਂ ਦਾਅਵਾ ਕੀਤਾ ਜਾਂਦਾ ਕਿ ਬੀਜੇਪੀ ਲੀਡਰ ਮਾਫੀ ਮੰਗਣ ਲਈ ਤਾਂ ਤਿਆਰ ਹੈ, ਪਰ ਉਹਨਾਂ ਨੇ ਕਿਹਾ ਕਿ ਅਸੀਂ ਰਿਕਾਰਡਿੰਗ ਨਹੀਂ ਕਰਨ ਦੇਵਾਂਗੇ, ਅਸੀਂ ਕੈਮਰੇ ਦੇ ਅੱਗੇ ਆ ਕੇ ਮਾਫੀ ਨਹੀਂ ਮੰਗਾਂਗੇ। ਤਾਂ ਉਸ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਰੁਕ ਜਾਂਦਾ ਔਰ ਸਵੇਰੇ 4 ਵਜੇ ਪ੍ਰਸ਼ਾਸਨ ਦੇ ਵੱਲੋਂ ਇੱਕ ਕਾਰਵਾਈ ਕੀਤੀ ਜਾਂਦੀ ਹੈ। ਇੱਕ ਸੁਰੱਖਿਆ ਦਾ ਜਿਹੜਾ ਘੇਰਾ ਹੈਗਾ, ਜਿਸ ਤਰ੍ਹਾਂ ਅਕਸਰ ਤੁਸੀਂ ਦੇਖਿਆ ਹੋਏਗਾ ਕਿ ਇੱਕ ਚਕਮਾ ਦੇਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕਿਸਾਨਾਂ ਨੂੰ ਕੀਤੀ ਜਾਂਦੀ ਹੈ ਔਰ ਪ੍ਰਸ਼ਾਸਨ ਵੱਲੋਂ ਇੱਕ ਸੁਰੱਖਿਆ ਦਾ ਘੇਰਾ ਬਣਾ ਕੇ ਜਿਹੜੇ तमाम ਬੀਜੇਪੀ ਦੇ ਆਗੂ ਆ ਉਹਨਾਂ ਨੂੰ ਬਾਹਰ ਕੱਢ ਲਿਆ ਜਾਂਦਾ। ਹਾਲਾਂਕਿ ਕੁਝ ਆਗੂ ਫਿਰ ਵੀ ਅੰਦਰ ਸਨ, ਪਰ ਕਰੀਬ 5:30 ਦੇ ਕਰੀਬ ਜਿਹੜੇ तमाम ਆਗੂ ਸੀ ਉਹਨਾਂ ਨੂੰ ਜਿਹੜਾ ਉਸ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਔਰ 6 ਵਜੇ ਦੇ ਕਰੀਬ ਜਿਹੜਾ ਘਰ ਹੈਗਾ ਉਸ ਨੂੰ ਖੋਲ ਦਿੱਤਾ ਜਾਂਦਾ ਜੀ। ਜੀ ਰੋਹਿਤ, ਇਹ ਵੀ ਜਾਨਣਾ ਚਾਹਾਂਗੇ, ਕਾਫੀ ਗੰਭੀਰ ਇਲਜ਼ਾਮ ਬੀਜੇਪੀ ਦੇ ਵੱਲੋਂ ਵੀ ਲੱਗ ਰਹੇ ਨੇ ਕਿ ਉਹਨਾਂ ਨੂੰ ਘੇਰਾ ਪਾਇਆ ਹੋਇਆ ਸੀ ਤੇ ਤਲਵਾਰਾਂ ਲਹਿਰਾਈਆਂ ਗਈਆਂ, ਉੱਥੇ ਬਾਹਰ ਐਸਿਡ ਦੀਆਂ ਬੋਤਲਾਂ ਸੀਗੀਆਂ। ਸੁਭਾਸ਼ ਸ਼ਰਮਾ ਇਹ ਇਲਜ਼ਾਮ ਲਾ ਰਹੇ ਸਨ। ਜੀ ਬਿਲਕੁਲ, ਜੇਕਰ ਇਲਜ਼ਾਮਾਂ ਦੀ ਗੱਲ ਕਰੀਏ ਤਾਂ ਬੀਜੇਪੀ ਜ਼ਰੂਰ ਇਲਜ਼ਾਮ ਲਗਾ ਰਹੀ ਹੈ, ਪਰ ਘਰ ਦੇ ਬਾਹਰ ਦੀ ਜੇਕਰ ਤਸਵੀਰਾਂ ਦੀ ਗੱਲ ਕਰੀਏ, ਜਿਸ ਸਮੇਂ ਘਰ ਦੇ ਬਾਹਰ ਪ੍ਰਦਰਸ਼ਨ ਚੱਲ ਰਿਹਾ ਸੀ ਤਾਂ ਕਿਸੇ ਵੀ ਤਰ੍ਹਾਂ ਦੀਆਂ ਕੋਈ ਤਲਵਾਰਾਂ ਜਾਂ ਐਸਿਡ ਉੱਥੇ ਨਜ਼ਰ ਨਹੀਂ ਆਇਆ ਸਾਫ਼ ਤੌਰ ਤੇ, ਕਿਉਂਕਿ ਸਾਡੀ ਉੱਥੇ ਟੀਮ ਸੀ ਔਰ ਜੋ ਜਾਣਕਾਰੀ ਸਾਡੇ ਸਾਹਮਣੇ ਅਸੀਂ ਉਹਨੂੰ ਪਹੁੰਚਾਵਾਂਗੇ। ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜਿਹੜੀ ਰਾਜਪੁਰਾ ਦੇ ਵਿੱਚ ਘਟਨਾ ਵਾਪਰਦੀ ਆ ਉਸ ਦੇ ਬਾਰੇ ਅਸੀਂ ਮੌਜੂਦ ਨਹੀਂ ਸੀ, ਪਰ ਰਾਤ ਦੇ ਸਮੇਂ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਅਸੀਂ ਉਸ ਘਰ ਦੇ ਬਾਹਰ ਹੀ ਮੌਜੂਦ ਸੀ। ਤਾਂ ਪਰ ਘਰ ਦੇ ਬਾਹਰ ਕਿਸੇ ਵੀ ਵਿਅਕਤੀ ਦੇ ਕੋਲੇ ਕੋਈ ਐਸਿਡ ਦੀ ਬੋਤਲ ਜਾਂ ਕੋਈ ਵੀ ਤਲਵਾਰ ਜਾਂ ਵੈਪਨ ਉਸ ਤਰੀਕੇ ਦੇ ਨਾਲ ਦਿਖਾਈ ਨਹੀਂ ਦਿੱਤਾ। ਹਾਲਾਂਕਿ ਉੱਥੇ ਕੁਝ ਇੱਟਾਂ ਦੇ ਜਿਹੜੀਆਂ ਜ਼ਰੂਰ ਪਈਆਂ ਹੋਈਆਂ ਸੀ, ਕੁਝ ਡਲੇ ਜ਼ਰੂਰ ਪਏ ਹੋਏ ਸੀ, ਜਿਸ ਦੀ ਵਜ੍ਹਾ ਦੇ ਕਰਕੇ ਪੁਲਿਸ ਦੀ ਜਿਹੜੀ ਗੱਡੀਆਂ ਹੈਗੀਆਂ ਉਸ ਨੂੰ ਤੋੜਨ ਦੀ ਇੱਕ ਵਜ੍ਹਾ ਉਹੀ ਹੈ ਕਿ ਜਿਹੜੀ ਇੱਕ ਪੱਥਰਬਾਜ਼ੀ ਹੋਈ ਹੈ। ਜਦੋਂ ਕਿਸਾਨ ਆਗੂਆਂ ਦੇ ਨੂੰ ਚੱਕਮਾ ਦਿੰਦੇ ਹੋਏ ਪੁਲਿਸ ਜਦੋਂ ਕੁਝ ਆਗੂਆਂ ਨੂੰ, ਲੀਡਰਾਂ ਨੂੰ, ਬੀਜੇਪੀ ਦਿਆਂ ਨੂੰ ਬਾਹਰ ਕੱਢਦੀ ਹੈ ਤਾਂ ਉੱਥੇ ਜਿਹੜੀ ਹਫੜਾ ਦਫੜੀ ਹੁੰਦੀ ਹੈ ਉਸ ਦੇ ਵਿੱਚ ਜਿਹੜੇ 2 ਗੱਡੀਆਂ ਦੇ ਸ਼ੀਸ਼ੇ ਆ ਉਹ ਤੋੜ ਦਿੱਤੇ ਗਏ ਔਰ ਇੱਕ ਪੁਲਿਸ ਮੁਲਾਜ਼ਮ ਹੈ ਜਿਹੜਾ ਉਹ ਜ਼ਖਮੀ ਹੋਇਆ ਹੈਗਾ ਜੀ। ਜੀ ਸ਼ੁਕਰੀਆ ਰੋਹਿਤ, ਇਸ ਪੂਰੇ ਮਸਲੇ ਦੀ ਜਾਣਕਾਰੀ ਦੇਣ ਦੇ ਲਈ। ਸਾਡੇ ਸਹਿਯੋਗੀ ਲਗਾਤਾਰ ਰਿਪੋਰਟ ਕਰਦੇ ਰਹੇ ਨੇ, ਗਰਾਊਂਡ ਜ਼ੀਰੋ ਤੇ ਮੌਜੂਦ ਸਨ। ਰਾਜਪੁਰਾ ਦਾ ਪੂਰਾ ਇਹ ਘਟਨਾਕ੍ਰਮ ਉਹਨਾਂ ਨੇ ਕਵਰ ਕੀਤਾ ਤੇ ਇਲਜ਼ਾਮ ਤਰਾਸ਼ੀ ਜ਼ਰੂਰ ਦੋਵੇਂ ਪਾਸੇ ਤੋਂ ਹੋ ਰਹੀ ਹੈ। ਕਿਸਾਨਾਂ ਤੇ ਪ੍ਰਸ਼ਾਸਨ ਦੇ ਵਿਚਾਲੇ ਲਗਾਤਾਰ ਜਿਹੜੀ ਕਸ਼ਮਕਸ਼ ਰਾਤ ਨੂੰ ਬਣੀ ਰਹੀ ਤੇ ਦੇਰ ਰਾਤ 4 ਵਜੇ ਇਹਨਾਂ ਆਗੂਆਂ ਨੂੰ ਉਸ ਘਰ ਦੇ ਵਿੱਚੋਂ ਬਾਹਰ ਕੱਢਿਆ ਗਿਆ ਜਿੱਥੇ ਕਿਸਾਨਾਂ ਨੇ ਉਹਨਾਂ ਨੂੰ ਘੇਰਾ ਪਾਇਆ ਹੋਇਆ ਸੀ। ਤੇ ਇਸ ਪੂਰੇ ਘਟਨਾਕ੍ਰਮ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਠਾਨਕੋਟ 'ਚ ਪ੍ਰੈਸ ਕਾਨਫਰੰਸ ਕੀਤੀ ਤੇ ਇਲਜ਼ਾਮ ਲਾਏ ਕਿ ਇਹ ਘਟਨਾ ਸਰਕਾਰ ਵੱਲੋਂ ਬਣਾਈ ਗਈ ਇੱਕ ਯੋਜਨਾ ਹੈ। ਸਰਕਾਰ ਦੀ ਮਰਜ਼ੀ ਤੋਂ ਬਿਨਾਂ ਅਜਿਹਾ ਹੋਣਾ ਸੰਭਵ ਹੀ ਨਹੀਂ ਹੈ। ਪੰਜਾਬ 'ਚ ਕਾਨੂੰਨ ਦਾ ਰਾਜ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ। ਕਿਸਾਨ ਜਥੇਬੰਦੀਆਂ ਨੂੰ ਵੀ ਆਪਣਾ ਰੁਖ ਸਾਫ਼ ਕਰਨਾ ਚਾਹੀਦਾ ਹੈ ਕਿ ਕਿਆ ਵਿਰੋਧ ਦਾ ਮਤਲਬ ਡੰਡੇ ਚਲਾਣਾ ਹੈ, ਕਿਆ ਵਿਰੋਧ ਦਾ ਮਤਲਬ ਪੱਥਰ ਚਲਾਣਾ ਹੈ, ਕਿਆ ਵਿਰੋਧ ਦਾ ਮਤਲਬ ਦੰਗੀਆਂ ਤਲਵਾਰਾਂ ਲਹਿਰਾਣਾ। ਰੁਖ ਸਾਫ਼ ਕਰਨ, ਨਖੇਦੀ ਨਾਲ ਕੁਝ ਨਹੀਂ ਹੁੰਦਾ। ਬਾਅਦ ਚ ਨਖੇਦੀ ਕਰ ਦਿੰਦੇ, ਨਖੇਦੀ ਹੈ ਜੀ, ਸਾਡਾ ਕੋਈ ਲੈਣਾ ਦੇਣਾ ਨਹੀਂ। ਜੇ ਤੁਹਾਡੇ ਨੇਤਰਤਵ ਦਾ ਤੁਹਾਡਾ ਉਹਦੇ ਤੇ ਕੰਟਰੋਲ ਹੀ ਨਹੀਂ ਹੈ, ਫਿਰ ਕਿਹਦਾ ਤੁਸੀਂ ਅੰਦੋਲਨ ਚਲਾ ਰਹੇ ਹੋ? ਅੰਦੋਲਨ ਕਿਹਦਾ ਚਲਾ ਰਹੇ ਹੋ ਤੁਸੀਂ? ਅਗਲੀ ਖਬਰ ਦਾ ਰੁਖ ਕਰਦੇ ਹਾਂ। ਗੁਰਨਾਮ ਸਿੰਘ ਚੜੂਨੀ ਨੇ ਫਿਰ ਇੱਕ ਵਾਰੀ ਚੁਣਾਵੀ ਰਾਗ ਛੇੜ ਦਿੱਤਾ ਹੈ। ਗੁਰਦਾਸਪੁਰ ਦੇ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਚੜੂਨੀ ਨੇ ਕਿਹਾ ਕਿ ਸਾਡੇ ਵਿਚਾਲੇ ਕਾਫੀ ਕਾਬਿਲ ਲੋਕ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਵਿਵਸਥਾ ਬਦਲਣ ਦੇ ਲਈ ਪੰਜਾਬ ਮਾਡਲ ਬਣਾਇਆ ਜਾਣਾ ਚਾਹੀਦਾ ਹੈ। ਪਹਿਲਾਂ ਵੀ ਚੜੂਨੀ ਨੇ ਗੱਲਬਾਤ ਕੀਤੀ ਸੀ, ਚੋਣਾਂ ਦੀ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਚੋਣਾਂ ਲੜਨੀਆਂ ਚਾਹੀਦੀਆਂ ਨੇ। ਹਾਲਾਂਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਚੜੂਨੀ ਦੇ ਇਸ ਬਿਆਨ ਤੋਂ ਖੁਦ ਨੂੰ ਵੱਖ ਕਰ ਲਿਆ ਸੀ। ਨੂੰ ਜੇ ਬਦਲਣਾ ਹੈ ਨਾ ਤੇ ਇਹਨਾਂ ਗਿਰੋਹਾਂ ਤੋਂ, ਇਹ ਜਿਹੜੇ ਗਿਰੋਹ ਪੈਦਾ ਹੋਏ ਨੇ ਇਹਨਾਂ ਤੋਂ ਰਾਜ ਖੋਲਿਓ ਤੁਸੀਂ। ਤੁਹਾਡੇ ਵਿੱਚ ਬੜੇ ਕਾਬਲ ਬੰਦੇ ਨੇ, ਆਪਣੇ ਵਿੱਚੋਂ ਬੰਦੇ ਖੜੇ ਨੇ।
ਤੁਹਾਡੇ ਵਿੱਚ ਬੜੇ ਕਾਬਲ ਬੰਦੇ ਨੇ। ਜੇ ਫਿਰ ਪੰਜੀਪਤੀਆਂ ਨੂੰ ਰਾਜ ਦੇਣਾ ਹੈ, ਜੇ ਫਿਰ ਮੈਂ ਇਹ ਕਹਿ ਰਿਹਾ, ਮੈਂ ਦੇਸ਼ ਵਾਸੀਆਂ ਨੂੰ ਕਹਿ ਰਿਹਾ, ਵੋਟ ਤੁਹਾਡੇ ਘਰ 'ਚ, ਵੋਟ ਤੁਹਾਡੇ ਹੱਥ 'ਚ ਹੈ, ਇਹਦਾ ਯੂਜ਼ ਕਰੋ। ਕਿਉਂ ਆਪਾਂ ਪੰਜੀਪਤੀਆਂ ਨੂੰ ਰਾਜ ਦੇ ਰਹੇ ਹਾਂ? ਇਸ ਸਾਲ 3% ਵੋਟ, 3% ਲੋਕਾਂ ਦੀ ਆਮਦਨ ਵਧੀ ਹੈ, 97% ਲੋਕਾਂ ਦੀ ਆਮਦਨ ਘਟੀ ਹੈ। ਅਸੀਂ ਫਿਰ ਉਹਨਾਂ ਨੂੰ ਹੀ ਵੋਟ ਪਾਈਏ? ਤੇ ਜੇ ਫਿਰ ਉਹਨਾਂ ਨੂੰ ਵੋਟ ਪਾਣੀ ਹੈ, ਫਿਰ ਕਿਉਂ ਅੰਦੋਲਨ ਲੜ ਰਹੇ ਹੋ? ਕਿਹਨੂੰ ਪਾਉਣਗੇ? ਖੁਦ ਲੜੋ, ਖੁਦ ਲੜੋ। ਇਸ ਜਨਤਾ ਦੇ ਵਿੱਚ ਬੜੇ ਕਾਬਲ ਬੰਦੇ ਨੇ, ਇਸ ਜਨਤਾ ਦੇ ਵਿੱਚ ਬੜੇ ਕਾਬਲ ਬੰਦੇ ਨੇ। ਮੈਂ ਪੰਜਾਬੀਆਂ ਨੂੰ ਕਹਿਣਾ, ਤੁਸੀਂ ਪਹਿਲ ਕਰੋ, ਰਾਜ ਪੱਟ ਦਿਓ ਨਾ ਰਾਜਨੀਤਿਕ ਪਾਰਟੀਆਂ ਜਿਹੜੀ ਤੁਹਾਡੇ ਤੇ ਇਹਦੇ ਗਿਰੋਹ ਹੋ ਗਏ। ਸਾਡੇ ਵਾਸਤੇ ਤੇ ਸਾਡੇ ਸਾਰੇ ਤਾਂ ਗੁਰਨਾਮ ਸਿੰਘ ਚੜੂਨੀ ਦੇ ਵੱਲੋਂ ਇੱਕ ਵਾਰ ਫੇਰ ਚੋਣਾਂ ਦੀ ਗੱਲਬਾਤ ਦੁਹਰਾਈ ਗਈ ਹੈ। ਪਹਿਲਾਂ ਵੀ ਉਹਨਾਂ ਦੇ ਵੱਲੋਂ ਬਿਆਨ ਸਾਹਮਣੇ ਆਇਆ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਚੋਣਾਂ ਲੜਨੀਆਂ ਚਾਹੀਦੀਆਂ ਨੇ, ਆਪਣੀ ਪਾਰਟੀ ਬਣਾਉਣੀ ਚਾਹੀਦੀ ਹੈ, ਜਾਂ ਜਿਹੜਾ ਕਿਸਾਨ ਆਗੂਆਂ ਨੂੰ ਅੱਗੇ ਆਉਣਾ ਚਾਹੀਦਾ ਹੈ, ਕਿਸਾਨਾਂ ਨੂੰ ਚੋਣਾਂ ਲੜਨੀਆਂ ਚਾਹੀਦੀਆਂ ਨੇ, ਸਿਆਸਤ ਬਦਲਣੀ ਚਾਹੀਦੀ ਹੈ। ਹੁਣ ਫੇਰ ਉਹਨਾਂ ਦਾ ਬਿਆਨ ਸਾਹਮਣੇ ਆਇਆ। ਗੁਰਦਾਸਪੁਰ ਦੇ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਵਿੱਚ ਬਹੁਤ ਸਾਰੇ ਕਾਬਿਲ ਲੋਕ ਨੇ ਤੇ ਇਹ ਜਿਹੜੀ ਵਿਵਸਥਾ ਹੈ, ਜਿਹੜੀ ਸਿਆਸਤ ਹੈ, ਬਦਲਣੀ ਚਾਹੀਦੀ ਹੈ ਤੇ ਵਿਵਸਥਾ ਬਦਲਣ ਦੇ ਲਈ ਪੰਜਾਬ ਨੂੰ ਮਾਡਲ ਬਣਾਉਣਾ ਚਾਹੀਦਾ ਹੈ। 2022 ਦੇ ਵਿੱਚ ਪੰਜਾਬ ਦੀਆਂ ਚੋਣਾਂ ਨੇ ਤੇ ਉਸ ਤੋਂ ਪਹਿਲਾਂ ਗੁਰਨਾਮ ਸਿੰਘ ਚੜੂਨੀ ਲਗਾਤਾਰ ਚੋਣਾਂ ਨੂੰ ਲੈ ਕੇ ਬਿਆਨ ਦਿੰਦੇ ਨਜ਼ਰ ਆ ਰਹੇ ਨੇ। ਹੁਣ ਫੇਰ ਗੁਰਦਾਸਪੁਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਚੋਣਾਂ ਲੜਨੀਆਂ ਚਾਹੀਦੀਆਂ ਨੇ। ਫੇਰ ਉਹਨਾਂ ਨੇ ਚੁਣਾਵੀ ਰਾਗ ਛੇੜਿਆ ਹੈ। ਪਹਿਲਾਂ ਵੀ ਕਿਹਾ ਸੀ ਉਹਨਾਂ ਦੇ ਵੱਲੋਂ, ਪਹਿਲਾਂ ਵੀ ਇਹ ਬਿਆਨ ਸਾਹਮਣੇ ਆਇਆ ਸੀ ਕਿ ਕਿਸਾਨਾਂ ਨੂੰ ਚੋਣਾਂ ਲੜਨੀਆਂ ਚਾਹੀਦੀਆਂ ਨੇ। ਪੰਜਾਬ ਦੇ ਵਿੱਚ ਚੋਣਾਂ ਕਿਸਾਨ ਲੜਨਗੇ ਤਾਂ ਸਿਆਸਤ ਹੈ ਜਿਹੜੀ ਉਹ ਕੁਝ ਬਦਲੀ ਜਾ ਸਕਦੀ ਹੈ। ਪੰਜਾਬ ਇਸ ਦੇ ਲਈ ਮਾਡਲ ਬਣਾਇਆ ਜਾਣਾ ਚਾਹੀਦਾ ਹੈ, ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ। ਇੱਕ ਵਾਰ ਫੇਰ ਗੁਰਨਾਮ ਸਿੰਘ ਚੜੂਨੀ ਦਾ ਇਹ ਬਿਆਨ ਸਾਹਮਣੇ ਆਇਆ ਚੋਣਾਂ ਨੂੰ ਲੈ ਕੇ। ਇੱਕ ਵਾਰ ਫੇਰ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਚੋਣਾਂ ਲੜਨੀਆਂ ਚਾਹੀਦੀਆਂ ਨੇ। ਹਾਲਾਂਕਿ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ ਉਹਨਾਂ ਨੇ ਇਸ ਬਿਆਨ ਤੋਂ ਆਪਣੇ ਆਪ ਨੂੰ ਪਹਿਲਾਂ ਵੀ ਵੱਖ ਕਰ ਲਿਆ ਸੀ। ਸਾਡੇ ਨਾਲ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਜੁੜੇ ਨੇ। ਪੰਧੇਰ ਸਾਹਿਬ, ਸਵਾਗਤ ਹੈ ਜੀ ਨਿਊਜ਼ 18 ਪੰਜਾਬ ਤੇ। ਗੁਰਨਾਮ ਸਿੰਘ ਚੜੂਨੀ ਨੇ ਇੱਕ ਵਾਰ ਫੇਰ ਬਿਆਨ ਦਿੱਤਾ, ਇੱਕ ਵਾਰ ਫੇਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਚੋਣਾਂ ਲੜਨੀਆਂ ਚਾਹੀਦੀਆਂ ਨੇ ਕਿਸਾਨਾਂ ਨੂੰ। ਇਹ ਵੀ ਕਿਹਾ ਹੈ ਕਿ ਸਿਆਸਤ ਨੂੰ ਜਾਂ ਇਸ ਵਿਵਸਥਾ ਨੂੰ ਬਦਲਣ ਦੇ ਲਈ ਪੰਜਾਬ ਨੂੰ ਮਾਡਲ ਬਣਾਉਣਾ ਚਾਹੀਦਾ ਹੈ। ਕੀ ਕਹਿਣਾ ਚਾਹੋਗੇ? ਦੇਖੋ ਜੀ, ਹਰੇਕ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਆ। ਚੜੂਨੀ ਸਾਹਿਬ ਵੀ ਆਪਣੇ ਵਿਚਾਰ ਰੱਖ ਰਹੇ ਨੇ। ਮੈਂ ਕੱਲ ਉਹਨਾਂ ਦਾ ਬਿਆਨ ਦੇਖਿਆ ਸੀਗਾ ਮੀਡੀਆ ਤੇ ਜੀ, ਤੇ ਵਿਚਾਰ ਰੱਖਣ ਦਾ ਹਰ ਇੱਕ ਨੂੰ ਹੱਕ ਆ। ਹੁਣ ਸਾਡੀ ਜਥੇਬੰਦੀ ਆ, ਇਹਦਾ ਆਪਣਾ ਫੈਸਲਾ, ਆਪਣਾ ਸੰਵਿਧਾਨ ਵਿਧਾਨ ਆ ਤੇ ਅਸੀਂ ਪਾਰਲੀਮੈਂਟ ਚੋਣਾਂ ਵਿੱਚ ਕਿਸੇ ਕਿਸਮ ਦਾ ਹਿੱਸਾ ਨਹੀਂ ਲੈਂਦੇ। ਅਸੀਂ ਲੋਕਾਂ ਨੂੰ ਤਾਂ ਨਹੀਂ ਰੋਕਦੇ ਹੈਗੇ, ਪਰ ਇਹ ਸਮਝਦੇ ਹੈਗੇ ਆ ਵੀ ਲੋਕਾਂ ਦੇ ਮਸਲੇ ਹੱਲ ਕਰਨ ਲਈ ਲੋਕ ਲਹਿਰ ਦਾ ਵੱਡਾ ਹੋਣਾ ਬਹੁਤ ਜ਼ਰੂਰੀ ਆ। ਜਿਸ ਕਿਸਮ ਦੀ ਮੌਜੂਦਾ ਚੋਣ ਪ੍ਰਕਿਰਿਆ ਵਾ, ਜਿਹੜਾ ਅਰਬਾਂ ਖਰਬਾਂ ਦਾ ਕਾਰੋਬਾਰ ਆ, ਜਿਵੇਂ ਧੰਨਵਾਦ ਲੱਗਦਾ ਵਾ, ਨਸ਼ਾ ਮਾਫੀਆ ਵਾ, ਗੁੰਡਾਗਰਦੀ ਹੁੰਦੀ ਆ, ਉਹਦੇ ਚ ਆਮ ਸਧਾਰਨ ਬੰਦੇ ਦਾ ਯਾਨੀ ਕੋਈ ਚੋਣ ਲੜਨਾ ਕੋਈ ਆਸਾਨ ਕੰਮ ਨਹੀਂ ਹੈ। ਜੋ ਇਲੈਕਸ਼ਨ ਕਮਿਸ਼ਨ ਦੇ ਹੁਣ ਸਾਹਮਣੇ ਆ ਰਹੇ ਨੇ, ਜਿਵੇਂ ਉਹਨਾਂ ਦੇ ਇਲਜ਼ਾਮ ਲੱਗਦੇ ਨੇ, ਉਹਨਾਂ ਦੀ ਭੂਮਿਕਾ ਵੀ ਕੋਈ ਨਿਰਪੱਖ ਨਹੀਂ ਰਹਿ ਗਈ। ਜਿਹੜੀ ਸਰਕਾਰ ਹੁੰਦੀ ਐ ਲੱਗਦਾ ਦੁੱਧਰ ਭੁਗਤਦੇ ਨਜ਼ਰ ਆਉਂਦੇ ਨੇ। ਤਾਂ ਠੀਕ ਨੇ, ਆਪਣੇ ਪੱਧਰ ਤੇ ਉਹਨਾਂ ਬਿਆਨ ਦਿੱਤਾ। ਅਸੀਂ ਤੇ ਤੁਹਾਡੇ ਮਾਧਿਅਮ ਨਾਲ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਵੇਲੇ 22 ਵਾਲਾ ਝੰਡਾ ਜ਼ਿਆਦਾ ਭਾਰੂ ਹੋ ਰਿਹਾ। ਠੀਕ ਹੈ, ਜਦੋਂ ਇਲੈਕਸ਼ਨ ਆਊਗੀ ਤੁਸੀਂ ਕਿਹਨੂੰ ਵੋਟ ਪਾਉਣੀ ਕਿਹਨੂੰ ਨਹੀਂ ਪਾਉਣੀ ਤੁਹਾਡੀ ਆਪਣੀ ਮਰਜ਼ੀ ਆ, ਪਰ ਸਾਨੂੰ ਸਾਰਿਆਂ ਨੂੰ ਇਸ ਵੇਲੇ ਦਿੱਲੀ ਅੰਦੋਲਨ ਵਾਲੇ ਪਾਸੇ ਨੂੰ ਕੰਸਲਟੇਸ਼ਨ ਕਰਨਾ ਚਾਹੀਦਾ, ਇਹਨੂੰ ਮਜ਼ਬੂਤ ਕਰਨਾ ਚਾਹੀਦਾ। ਕਿਉਂਕਿ ਦਿੱਲੀ ਅੰਦੋਲਨ ਦਾ ਕਾਮਯਾਬ ਹੋਣਾ ਯਾਨੀ ਸਾਡੀਆਂ ਕੁੱਲ ਮਿਲਾ ਕੇ ਹਿੰਦੁਸਤਾਨ ਦਾ ਵਿੱਚ ਇੱਕ ਨਵਾਂ ਰੂਪ ਹੋਊ, ਇੱਕ ਨਵਾਂ ਜਿਹੜਾ ਉਤਸ਼ਾਹ ਆਊਗਾ। ਅਸੀਂ ਇਸ ਅੰਦੋਲਨ ਤੇ ਜਿੱਤ ਤੇ ਵਿਸ਼ਵਾਸ ਕਰ ਭਾਰਤ ਦੇ ਲੋਕਾਂ ਦੀਆਂ ਸਮੱਸਿਆ ਨੂੰ ਵੀ ਐਡਰੈਸ ਕਰ ਸਕਦੇ ਆਉਣ ਵਾਲੇ ਸਮੇਂ। ਪੰਧੇਰ ਸਾਹਿਬ, ਦੋ ਸਵਾਲ ਨੇ ਜੀ ਮੇਰੇ। ਇੱਕ ਤਾਂ ਇਹ ਕਿ ਪਹਿਲਾਂ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ ਸੀ ਉਹਨਾਂ ਨੇ ਵੱਖ ਕਰ ਲਿਆ ਸੀ ਆਪਣੇ ਆਪ ਨੂੰ, ਇਸ ਬਿਆਨ ਤੋਂ ਕਿਨਾਰਾ ਕੀਤਾ ਸੀ। ਉਹਨਾਂ ਦਾ ਕਹਿਣਾ ਸੀ ਕਿ ਸੰਘਰਸ਼ ਵਾਲੇ ਪਾਸੇ ਨੂੰ ਧਿਆਨ ਦੇਣਾ ਚਾਹੀਦਾ, ਚੋਣਾਂ ਵਾਲੇ ਪਾਸੇ ਨੂੰ ਨਹੀਂ। ਇੱਕ ਤਾਂ ਕਿਸਾਨੀ ਸੰਘਰਸ਼ ਦੇ ਨਾਲ ਮਿਲਾ ਕੇ ਜੇ ਇਸ ਬਿਆਨ ਨੂੰ ਦੇਖੀਏ ਕਿ ਕਿਸਾਨ ਆਗੂਆਂ ਨੂੰ ਚੋਣਾਂ ਲੜਨੀਆਂ ਚਾਹੀਦੀਆਂ ਨੇ, ਉਹਨੂੰ ਕਿਵੇਂ ਦੇਖਦੇ ਹੋ? ਦੂਸਰਾ, ਗਰਾਊਂਡ ਜ਼ੀਰੋ ਤੋਂ ਸਾਡੇ ਸਹਿਯੋਗੀ ਪੰਕਜ ਕਪਾਈ ਰਿਪੋਰਟ ਕਰਦੇ ਰਹੇ ਨੇ ਸਿੰਘੂ ਬਾਰਡਰ ਤੋਂ। ਬਹੁਤ ਸਾਰੇ ਕਿਸਾਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਕਿ ਉਹਨਾਂ ਦਾ ਕੀ ਨਜ਼ਰੀਆ ਇਸ ਸਭ ਨੂੰ ਲੈ ਕੇ। ਤਾਂ ਬਹੁਤ ਸਾਰੇ ਕਿਸਾਨ ਇਹ ਵੀ ਕਹਿੰਦੇ ਨਜ਼ਰ ਆਏ ਕਿ ਚੋਣਾਂ ਲੜ ਲੈਣੀਆਂ ਚਾਹੀਦੀਆਂ ਨੇ।
ਹਾਂ ਦੇਖੋ ਜਿਹੜੀ ਆਪਾਂ 75 ਸਾਲ ਦੀ ਵਿਵਸਥਾ ਤੇ ਜੀ ਰਹੇ ਆ, ਜੀ ਜੋ ਉਹਦਾ ਨੈਰੇਟਿਵ ਖੜਾ ਕੀਤਾ ਹੋਇਆ ਵੀ ਲੋਕ ਆਪਣੀ ਮਰਜ਼ੀ ਨਾਲ ਚੋਣਾ ਜਿਹਨੂੰ ਮਰਜ਼ੀ ਚੁਣ ਲੈਣ, ਪਰ ਅਸਲ ਵਿੱਚ ਇਹਦਾ ਪੱਖ ਅੰਦਰ ਹੋ ਰਿਹਾ ਨਾ ਵੀ ਜਿਵੇਂ ਕਾਰਪੋਰੇਟ ਘਰਾਣੇ ਚੋਣਾਂ ਦੇ ਪਿੱਛੇ ਧਨ ਲਾ ਰਹੇ ਨੇ, ਆਮ ਬੰਦੇ ਨੂੰ ਸ਼ਾਇਦ ਜਾਣਕਾਰੀ ਨਾ ਹੋਵੇ, ਜਿਹਨੇ ਉਹ ਲੈ ਕੇ ਆਉਂਦੇ ਨੇ ਆਪਣੇ ਜਿਹੜੇ ਉਹਨਾਂ ਨੇ ਕੰਮ ਲੈਣੇ ਨੇ, ਮੁੱਖ ਮੰਤਰੀ ਉਹ ਆਪਣੀ ਮਰਜ਼ੀ ਦਾ ਲੈ ਕੇ ਆਉਂਦੇ, ਪ੍ਰਧਾਨ ਮੰਤਰੀ ਮਰਜ਼ੀ ਦਾ ਲੈ ਕੇ ਆਉਂਦੇ ਨੇ। ਇਹ ਤੋਂ ਗਾਂ ਜਿਹੜੀਆਂ ਸਾਡੀ ਵਿਵਸਥਾ ਚੱਲਣ ਵਾਲੀਆਂ ਸੁਧਾਰ ਨੇ, ਸਾਡੀ ਨਿਆਂ ਵਿਵਸਥਾ ਜੋ ਸਾਡੀ ਚੋਣ ਕਮਿਸ਼ਨ ਆ, ਸਾਡੀ ਪੁਲਿਸ ਪ੍ਰਸ਼ਾਸਨ ਆ, ਇਹ ਪੂਰੀ ਜਿਹੜੀ ਵਿਵਸਥਾ ਵਿੱਚ ਵੱਡੇ ਸੁਧਾਰਾਂ ਦੀ ਲੋੜ ਆ। ਅਸੀਂ ਪੰਜਾਬ 'ਚ ਜਿੱਤ ਵੀ ਜਾਈਏ ਤੇ ਪੰਜਾਬ ਦੀ ਵਿਧਾਨ ਸਭਾ ਨੂੰ ਕਿੰਨੇ ਕੁ ਅਧਿਕਾਰ ਨੇ ਉਹ ਕੇਂਦਰ ਦੇ ਵਿੱਚ ਸੁਧਾਰ ਕਰ ਲੂਗਾ ਜਾਂ ਇਹਨਾਂ ਚੀਜ਼ਾਂ ਨਾਲ ਐਡਰੈਸ ਕਰ ਪਾਊਗਾ ਜੋ ਸਾਡੇ ਵਕਤੀ ਸਮੱਸਿਆਵਾਂ ਹੈਗੀਆਂ ਨੇ ਜਿਨ੍ਹਾਂ ਨਾਲ ਅਸੀਂ ਜੂਝ ਰਹੇ ਹਾਂ। ਤਾਂ ਓਵਰਆਲ ਸਿਸਟਮ ਨੂੰ ਬਦਲਾਅ ਲਿਆਉਣ ਦੀ ਲੋੜ ਆ। ਉਹਦੇ ਲਈ ਲੋਕਾਂ ਦੀ ਚੇਤਨਾ ਸਮਝ ਇੱਕ ਲੋਕ ਲਹਿਰ ਦਾ ਵੱਡਾ ਹੋਣਾ ਬਹੁਤ ਜ਼ਰੂਰੀ ਆ। ਯੂਰਪ ਅਮਰੀਕਾ ਵਿੱਚ ਵੀ ਲੋਕਾਂ ਦੀਆਂ ਲਹਿਰਾਂ ਨੇ ਬਦਲਾਅ ਵੱਡੇ ਪੱਧਰ ਤੇ ਲਿਆਂਦੇ ਨੇ। ਲੋਕਾਂ ਦੀ ਸਮਝਦਾਰੀ ਹੀ ਹਾਕਮਾਂ ਨੂੰ ਸਹੀ ਕੰਮ ਕਰਾਉਂਦੀ ਆ, ਨਾ ਕਿ ਅਸੀਂ ਜੇ ਲਹਿਰ ਵਿੱਚ ਖੜੇ ਆ ਤੇ ਖੁਦ ਹਾਕਮ ਬਣ ਜਾਈਏ ਤਾਂ ਉਸ ਸਿਸਟਮ ਦਾ ਹਿੱਸਾ ਬਣ ਕੇ ਚੱਲੀਏ, ਉਹਦੇ ਨਾਲ ਸਾਨੂੰ ਕੋਈ ਫਾਇਦਾ ਮਿਲਣ ਵਾਲਾ। ਜੀ ਸ਼ੁਕਰੀਆ ਪੰਧੇਰ ਸਾਹਿਬ ਸਾਡੇ ਨਾਲ ਜੁੜਨ ਦੇ ਲਈ। ਤਾਂ ਗੁਰਨਾਮ ਸਿੰਘ ਚੜੂਨੀ ਦਾ ਇੱਕ ਪਾਸੇ ਬਿਆਨ ਸਾਹਮਣੇ ਆਉਂਦਾ ਹੈ, ਦੁਬਾਰਾ ਉਹਨਾਂ ਨੇ ਬਿਆਨ ਦਿੱਤਾ ਚੋਣਾਂ ਨੂੰ ਲੈ ਕੇ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਚੋਣਾਂ ਲੜਨੀਆਂ ਚਾਹੀਦੀਆਂ ਨੇ। ਦੂਸਰੇ ਪਾਸੇ ਪਹਿਲਾਂ ਵੀ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ ਉਹਨਾਂ ਨੇ ਕਿਨਾਰਾ ਕੀਤਾ ਸੀ ਇਸ ਬਿਆਨ ਤੋਂ। ਹੁਣ ਵੀ ਸਰਵਣ ਸਿੰਘ ਪੰਧੇਰ ਦੋ ਚੀਜ਼ਾਂ ਕਹਿੰਦੇ ਨੇ ਕਿ ਜਿਹੜੇ ਸੰਘਰਸ਼ੀ ਲੋਕ ਨੇ ਉਹਨਾਂ ਨੂੰ ਲਹਿਰ ਦੇ ਵਿੱਚ ਕੰਮ ਕਰਨਾ ਚਾਹੀਦਾ ਹੈ, ਨਾ ਕਿ ਖੁਦ ਹਾਕਮ ਬਣਨ ਦੀ ਸੋਚਣੀ ਚਾਹੀਦੀ ਹੈ। ਦੂਸਰਾ ਉਹਨਾਂ ਨੇ ਕਿਹਾ ਕਿ ਇਲੈਕਟੋਰਲ ਪ੍ਰੋਸੈਸ ਜਿਸ ਕਿਸਮ ਦਾ ਇਸ ਦੇਸ਼ ਦੇ ਵਿੱਚ ਹੈ, ਜਦ ਤੱਕ ਉਸ ਦੇ ਵਿੱਚ ਸੁਧਾਰ ਨਹੀਂ ਹੁੰਦੇ ਉਦੋਂ ਤੱਕ ਸਿਆਸਤ ਵਿੱਚ ਆਉਣ ਦਾ ਕੋਈ ਬਹੁਤਾ ਫਾਇਦਾ ਨਹੀਂ ਹੋਣ ਵਾਲਾ। ਤਾਂ ਉਹਨਾਂ ਦਾ ਨਜ਼ਰੀਆ ਸਾਫ਼ ਹੈ ਕਿ ਉਹ ਇਸ ਜਿਹੜਾ ਸਾਰਾ ਚੋਣ ਪ੍ਰਕਿਰਿਆ ਹੈਗੀ ਉਸ ਦੇ ਵਿੱਚ ਉਹ ਕੋਈ ਜ਼ਿਆਦਾ ਇੰਟਰਸਟ ਨਹੀਂ ਰੱਖਦੇ। ਅੱਗੇ ਵਧਦੇ ਹਾਂ। ਅਨਿਲ ਜੋਸ਼ੀ ਦੇ ਤੇਵਰ ਤਲਕ ਹੋਏ ਨੇ। ਅਨਿਲ ਜੋਸ਼ੀ ਨੂੰ ਪਾਰਟੀ ਚੋਂ ਬਾਹਰ ਕੀਤਾ ਗਿਆ ਸੀ ਤੇ ਪਾਰਟੀ ਚੋਂ ਬਾਹਰ ਕੀਤੇ ਜਾਣ ਤੋਂ ਬਾਅਦ ਅਨਿਲ ਜੋਸ਼ੀ ਦਾ ਬਿਆਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਮੇਰੇ ਲਈ ਸਜ਼ਾ ਨਹੀਂ ਬਲਕਿ 골ਡ ਮੈਡਲ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਲਈ ਮੇਰੀ ਛੋਟੀ ਜਿਹੀ ਆਹੂਤੀ ਹੈ, ਮੈਂ ਪੰਜਾਬੀ ਹੋਣ ਦਾ ਹੱਕ ਅਦਾ ਕੀਤਾ। ਨਹੀਂ ਛੱਡੀ ਪਾਰਟੀ, ਕੱਢਿਆ ਗਿਆ ਮੈਨੂੰ ਸਜ਼ਾ ਮੈਂ ਕਹਿੰਦੇ ਤੇ ਸਜ਼ਾ ਦਿੱਤੀ ਗਈ ਹੈ, ਪਰ ਮੈਂ ਸਮਝਦਾ ਮੈਂ ਕਿਹਾ ਮੈਂ ਪੰਜਾਬੀ ਹਾਂ, ਪੰਜਾਬ ਦਾ ਅੰਨ ਖਾਧਾ ਵਾ, ਪੰਜਾਬ ਦਾ ਪਾਣੀ ਪੀਤਾ ਵਾ, ਮੈਂ ਪੰਜਾਬ ਦਾ ਹੱਕ ਅਦਾ ਕੀਤਾ। ਮੈਂ ਇਸ ਜੱਗ 'ਚ ਛੋਟੀ ਜਿਹੀ ਆਹੂਤੀ ਪਾਈ ਆ, ਭਾਵੇਂ ਹਾ ਦਾ ਨਾਰਾ ਮਾਰ ਕੇ ਪਾਈ ਆ। ਜੋ ਇਹਨਾਂ ਨੇ ਮੈਨੂੰ ਕੀਤਾ ਮੈਨੂੰ ਕੋਈ ਫਰਕ ਨਹੀਂ, ਮੇਰੇ ਵਾਸਤੇ 골ਡ ਮੈਡਲ ਆ। ਬਾਕੀ ਜਿਹੜਾ ਵਾ ਆਉਣ ਵਾਲੇ ਸਮੇਂ ਦੀ ਜਿਹੜੀ ਗੱਲ ਉਹ ਰਾਜਨੀਤੀ ਦੀ ਬਾਅਦ 'ਚ ਕਰਾਂਗੇ। ਅੱਗੇ ਵਧਦੇ ਹਾਂ ਖਬਰ ਧਰਮਸ਼ਾਲਾ ਤੋਂ। ਧਰਮਸ਼ਾਲਾ ਦੇ ਵਿੱਚ ਬੱਦਲ ਫਟਣ ਦੀ ਖਬਰ ਸਾਹਮਣੇ ਆ ਰਹੀ ਹੈ। ਸੈਲਾਨੀ ਖੇਤਰ ਭਾਗਸੂ ਦੇ ਵਿੱਚ ਬੱਦਲ ਫਟਿਆ ਹੈ, ਤਬਾਹੀ ਮਚ ਗਈ ਹੈ। ਪਾਣੀ ਦੇ ਵਿੱਚ ਕਈ ਵਾਹਨ ਰੁੜ ਗਏ, ਘਰਾਂ ਤੇ ਹੋਟਲਾਂ ਦੇ ਵਿੱਚ ਵੀ ਪਾਣੀ ਵੜ ਗਿਆ। ਪਾਣੀ ਦੇ ਓਵਰਫਲੋ ਦੇ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ। ਧਰਮਸ਼ਾਲਾ ਇੱਕ ਟੂਰਿਸਟ ਸਪਾਟ ਵੀ ਹੈ, ਵੱਡਾ ਟੂਰਿਸਟ ਸਪਾਟ ਹੈ। ਉੱਥੇ ਭਾਗਸੂ ਦੇ ਵਿੱਚ ਬੱਦਲ ਫਟਿਆ। ਲਗਾਤਾਰ ਅਸੀਂ ਤਸਵੀਰਾਂ ਵੀ ਦਿਖਾਉਂਦੇ ਰਹੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਟੂਰਿਸਟ ਧਰਮਸ਼ਾਲਾ ਪਹੁੰਚੇ ਹੋਏ ਸਨ ਤੇ ਹੁਣ ਇਸ ਵਿਚਾਲੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਧਰਮਸ਼ਾਲਾ ਦੇ ਭਾਗਸੂ ਦੇ ਵਿੱਚ ਬੱਦਲ ਫਟਿਆ ਹੈ। ਕਈ ਵਾਹਨ ਨੇ ਜਿਹੜੇ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਨੇ, ਕਈ ਵਾਹਨ ਪਾਣੀ ਦੇ ਵਿੱਚ ਬਹਿ ਗਏ ਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ। ਧਰਮਸ਼ਾਲਾ ਦੀਆਂ ਇਹ ਤਸਵੀਰਾਂ ਨੇ। ਧਰਮਸ਼ਾਲਾ ਇੱਕ ਵੱਡਾ ਟੂਰਿਸਟ ਸਪਾਟ ਹੈ। ਪਿਛਲੇ ਦਿਨਾਂ ਦੇ ਵਿੱਚ ਅਸੀਂ ਤਸਵੀਰਾਂ ਵੀ ਦਿਖਾਉਂਦੇ ਰਹੇ ਹਾਂ। ਵੱਡੀ ਗਿਣਤੀ ਦੇ ਵਿੱਚ ਜਦ ਬੰਦਿਸ਼ਾਂ ਘਟੀਆਂ ਨੇ, ਵੱਡੀ ਗਿਣਤੀ ਦੇ ਵਿੱਚ ਟੂਰਿਸਟ ਇਸ ਜਗ੍ਹਾ ਦੇ ਉੱਤੇ ਧਰਮਸ਼ਾਲਾ ਦੇ ਵਿੱਚ ਪਹੁੰਚਦੇ ਰਹੇ ਨੇ ਤੇ ਹੁਣ ਉਸ ਦੇ ਵਿਚਾਲੇ ਇਹ ਜਿਹੜੀਆਂ ਤਬਾਹੀ ਦੀਆਂ ਤਸਵੀਰਾਂ ਅਸੀਂ ਇਹਨਾਂ ਨੂੰ ਕਹਿ ਸਕਦੇ ਹਾਂ, ਉਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਪਾਣੀ ਦੇ ਵਿੱਚ ਬਹੁਤ ਸਾਰੇ ਜਿਹੜੇ ਵਹੀਕਲ ਨੇ ਉਹ ਰੁੜਦੇ ਨਜ਼ਰ ਆ ਰਹੇ ਨੇ। ਧਰਮਸ਼ਾਲਾ ਦੇ ਭਾਗਸੂ ਦੇ ਵਿੱਚ ਬੱਦਲ ਫਟਿਆ ਹੈ ਤੇ ਬੱਦਲ ਫਟਣ ਦੇ ਨਾਲ ਇਹ ਜਿਹੜੀਆਂ ਤਸਵੀਰਾਂ ਨੇ ਉਹ ਸਾਹਮਣੇ ਆਈਆਂ ਨੇ। ਬਹੁਤੀ ਸਹਿਮ ਹੈ ਜਿਹੜਾ ਉਹ ਲੋਕਾਂ ਦੇ ਵਿੱਚ ਬਣ ਗਿਆ। ਕਈ ਜਿਹੜੀਆਂ ਕਾਰਾਂ ਨੇ, ਜਿਹੜੇ ਵਹੀਕਲ ਨੇ ਉਹ ਰੁੜਦੇ ਪਾਣੀ ਦੇ ਵਿੱਚ ਨਜ਼ਰ ਆ ਰਹੇ ਨੇ। ਬਹੁਤ ਸਾਰੇ ਘਰਾਂ ਤੇ ਹੋਟਲਸ ਦੇ ਵਿੱਚ ਵੀ ਪਾਣੀ ਵੜ ਗਿਆ। ਲੋਕਾਂ ਦੇ ਵਿੱਚ ਡਰ ਦਾ ਮਾਹੌਲ ਇਸ ਦੇ ਨਾਲ ਬਣ ਗਿਆ। ਬਹੁਤ ਸਾਰੇ ਜਿਹੜੇ ਟੂਰਿਸਟ ਨੇ ਉਹ ਇਸ ਜਗ੍ਹਾ ਦੇ ਉੱਤੇ ਪਹੁੰਚਦੇ ਨੇ ਧਰਮਸ਼ਾਲਾ ਦੇ ਵਿੱਚ ਤੇ ਹੁਣ ਉੱਥੇ ਬੱਦਲ ਫਟਣ ਦੀਆਂ ਖਬਰਾਂ ਆ ਰਹੀਆਂ ਨੇ, ਤਸਵੀਰਾਂ ਸਾਹਮਣੇ ਆਈਆਂ ਨੇ। ਤਸਵੀਰਾਂ ਜ਼ਰੂਰ ਅਸੀਂ ਕਹਿ ਸਕਦੇ ਹਾਂ ਕਿ ਸਹਿਮ ਇਸ ਦੇ ਨਾਲ ਲੋਕਾਂ ਦੇ ਵਿੱਚ ਬਣ ਗਿਆ। ਬਚਿੱਤਰ ਸ਼ਰਮਾ ਸਾਡੇ ਸਹਿਯੋਗੀ ਧਰਮਸ਼ਾਲਾ ਤੋਂ ਜੁੜੇ ਹੋਏ ਨੇ। ਬਚਿੱਤਰ, ਇਸ ਵੇਲੇ ਦੀ ਕੀ ਸਥਿਤੀ ਹੈ?
देखिए अर्शदीप, हम कह सकते हैं कि आज जो है वो मानसून अपने पूरे स्वभाव पर नजर आ रहा है और अभी भी काफी ज्यादा बारिश जो हो रही है, मूसलाधार बारिश हो रही है, जोरदार बारिश हो रही है और जितने भी नदी नाले हैं वो पूरे उफान पर हैं। और हाँ, जो जानकारी हमें मिल रही है, सूत्रों के हवाले से जानकारी मिल रही है, तस्वीरों की मार्फत हम अपने दर्शकों तक जो जानकारी पहुंचा रहे हैं, उसके मुताबिक काफी ज्यादा नुकसान होने के आसार जो है वो नजर आ रहे हैं। इसलिए क्योंकि अभी जो हाल ही में जो जानकारी मिली है कि नेशनल हाईवे 154 के साथ लगते राजोल गांव में बाढ़ आ चुकी हुई है और वहां के लोगों को वहां से निकाला जा रहा है और वहां पर प्रशासनिक अधिकारी और खुद पुलिस फोर्स जो वो लगाई गई है। बाकायदा एनडीआरएफ की टीम को जो है वो अलर्ट पर रखा जा चुका है और जिलाधीश डॉक्टर निपुण जिंदल की ओर से अपने जितने भी तमाम सब डिविजनल ऑफिसर्स हैं उनको सभी को जो है वो अलर्ट किया गया है और उनको बताया गया है कि जितनी भी राहत और बचाव कार्य की टीमें आप लोगों ने बना रखी हैं उनको जहां जहां से भी इस तरह की जानकारी मिल रही है वहां पर जो है रवाना कर दिया जाए। इसके अलावा घेरा में एक जो बड़ी सूचना मिल रही है जो कि काफी हैरान और परेशान कर देने वाली है कि वहां पर लैंडस्लाइड हुआ बताया जा रहा है कि लैंडस्लाइड वहां पर हुआ है और उसमें जो है वो 3 और 4 घर जो है वो उस लैंडस्लाइड में दब भी गए हैं और उसमें लोग भी बताए जा रहे हैं। लेकिन इसमें कितनी सच्चाई है इस पर अभी हम मोहर नहीं लगाते क्योंकि अभी हमारी जो प्रशासनिक अधिकारियों से बातचीत पूरी तरह से नहीं हो पा रही है और जैसे ही बातचीत होगी उसके बाद हम बता पाएंगे कि क्या वहां पर लोग थे या नहीं थे और इस घटना में कितनी सच्चाई है। लेकिन जानकारी कई जगहों से आई है, कई सूत्रों ने हमें ये जानकारी पहुंचाई है और हम लगातार उस पर भी नजर बनाए हुए हैं। लेकिन फिलहाल की अगर हम बात बताएं तो भागसू में जो ये तस्वीर हम अभी अपने दर्शकों को साझा कर रहे हैं वो भी काफी हैरान कर देने वाली है और परेशान भी लोगों को काफी ज्यादा कर रही है क्योंकि बहुत से टूरिस्ट जो हैं वो इस डेस्टिनेशन पर पहुंचे हुए हैं। वीकेंड था, आज सोमवार है, बहुत से लोगों को आज वापस जाना था लेकिन जैसे देख रहे हैं कि तस्वीरों में गाड़ियां जो है वो बह रही हैं और वहां पर जो छोटे से नाले में जिस तरह से पानी जो है वो अपने सभा पर है ऊपर बाहर आई हुई है वहां पर भी और क्लाउड डस्ट हुआ बताया जा रहा है तो उसमें भी काफी ज्यादा नुकसान जो वो होने के आसार हैं। जी बचित्तर, ये किस समय ये जो बादल फटने की जो घटना बताई जा रही है किस समय हुआ है और कितना नुकसान बताया जा रहा है कि अब तक जो तस्वीरें हैं हम स्क्रीन पे दिखा भी रहे हैं, जो विजुअल्स हैं, काफी खतरनाक स्थिति नजर आ रही है, लेकिन अभी की तस्वीरें अगर हम धर्मशाला की बात करें तो क्या है? डेफिनेटली अगर सब कुछ ठीक होता तो हम यहाँ की तस्वीरें हम जरूर दिखा पाते अपने दर्शकों को टीवी स्क्रीन की मार्फत। फिलहाल जो तस्वीर हमारी ओर से अभी दिखाई जा रही है वो सुबह की है, सुबह यानी अर्ली मॉर्निंग की है। हम ये कह सकते हैं कि 6:30 से 7 बजे के वक्त की वो तस्वीरें हैं जब लोग जो सुबह के वक्त लोग फ्रेश होने के बाहर जा रहे थे, लोग बाहर देख रहे थे, नजारा वहां का लुत्फ उठा रहे थे क्योंकि हल्के हल्के बादल जो है वहां पर छाए हुए थे और वैसे भी यहाँ पर हेवन की तरह जो है वो यूं नजारा प्रतीत होता है सुबह के वक्त। तो लोग जो बाहर निकले हुए थे, जो भी यहाँ पर आए हुए हैं, टूरिस्ट आए हुए हैं, बाहर घूमने के लिए गए हुए थे, भागसू वाटरफॉल की ओर जा रहे थे, लेकिन अचानक से जिस तरह से जोरदार बारिश हुई और उस बारिश में जो छोटा सा नाला जो भागसू और मैक्लोडगंज जो भागसू के बीच में ही होता पड़ता है, बीचों बीच है, उसके दोनों और जो होटल्स हैं वहां पर ओवरफ्लो हुआ तो उसमें जो है होटल्स और छोटी छोटी जो झुग्गियां जो है झोंपड़ियां जो बनी हुई थी या छोटे छोटे जो जिन लोगों ने ठेले लगा रखे थे वो भी इसमें बह गए हैं। लोग बाकायदा फंसे हुए उस तस्वीरों में नजर आ रहे हैं और गाड़ियां जो वो बहती हुई नजर आ रही हैं। तो अभी तो आकलन नहीं लगाया गया है, अभी तो इसकी अभी राहत और बचाव कार्य की टीमें जो है वहां पर पहुंची हैं और उसका आकलन बाद में ही लग पाएगा जैसे ही मौसम साफ होगा। अभी तो बाहर निकलना तक मुनासिब नहीं है, इतनी जोरदार बारिश जो वो यहाँ पर हो रही है, जगह जगह लैंडस्लाइड का खतरा बना हुआ है, नुकसान काफी ज्यादा हुआ होगा ये अनुमान जो वो लगाया जा सकता है, लेकिन अभी आकलन जो है वो नहीं हुआ है तो इसलिए पुख्ता जानकारी दे पाना मुश्किल है कि कितना नुकसान हुआ है और कितना जानी नुकसान हुआ और कितना माल का नुकसान हुआ है। आश्रित जी जी, शुक्रिया बचित्तर इस पूरी जानकारी के लिए। ਤਾਂ ਤਸਵੀਰਾਂ ਜ਼ਰੂਰ ਪਰੇਸ਼ਾਨ ਕਰਨ ਵਾਲੀਆਂ ਨੇ ਤੇ ਜਿਸ ਕਿਸਮ ਦੀ ਜਾਣਕਾਰੀ ਸਾਡੇ ਸਹਿਯੋਗੀ ਬਚਿੱਤਰ ਦੇ ਰਹੇ ਸਨ ਕਿ ਇਹ ਜਿਹੜੀਆਂ ਤਸਵੀਰਾਂ ਨੇ ਇਹ ਜ਼ਰੂਰ ਧਰਮਸ਼ਾਲਾ ਦੀਆਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਜਿਸ ਦੇ ਵਿੱਚ ਵਹੀਕਲ ਰੁੜਦੇ ਹੋਏ ਨਜ਼ਰ ਆ ਰਹੇ ਨੇ ਪਰ ਨਾਲ ਹੀ ਜਿਹੜੇ ਆਸ-ਪਾਸ ਦੇ ਪਿੰਡ ਨੇ ਉੱਥੇ ਕਿਸ ਕਿਸਮ ਦੀ ਸਥਿਤੀ ਬਣੀ ਹੈ ਬਚਿੱਤਰ ਉਸ ਦੀ ਜਾਣਕਾਰੀ ਦੇ ਰਹੇ ਸਨ ਕਿ ਕਈ ਪਿੰਡਾਂ ਦੇ ਵਿੱਚ ਹੜ੍ਹ ਆਇਆ ਦੱਸਿਆ ਜਾ ਰਿਹਾ, ਐਨਡੀਆਰਐਫ ਦੀਆਂ ਟੀਮਾਂ ਵੀ ਲਾ ਦਿੱਤੀਆਂ ਗਈਆਂ ਨੇ, ਪੁਲਿਸ ਫੋਰਸ ਵੀ ਲਾਈ ਗਈ ਹੈ ਬਚਾਅ ਕਾਰਜਾਂ ਦੇ ਲਈ ਤੇ ਅਜੇ ਪੂਰੀ ਜਾਣਕਾਰੀ ਨਹੀਂ ਹੈ ਕਿ ਕਿੰਨਾ ਕੁ ਨੁਕਸਾਨ ਹੋਇਆ ਹੋ ਸਕਦਾ ਕਿਉਂਕਿ ਬਹੁਤ ਸਾਰੇ ਲੋਕ ਫਸੇ ਹੋਏ ਨੇ, ਬਹੁਤ ਸਾਰੇ ਟੂਰਿਸਟ ਇਸ ਜਗ੍ਹਾ ਦੇ ਉੱਤੇ ਪਹੁੰਚ ਰਹੇ ਹੁੰਦੇ ਨੇ ਤੇ ਵੀਕਐਂਡ ਦੀਆਂ ਤਸਵੀਰਾਂ ਵੀ ਅਸੀਂ ਲਗਾਤਾਰ ਦਿਖਾਉਂਦੇ ਰਹੇ ਹਾਂ ਕਿ ਧਰਮਸ਼ਾਲਾ ਦੇ ਵਿੱਚ ਟੂਰਿਸਟ ਵੀਕਐਂਡ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਸਨ ਤਾਂ ਉਸ ਨੂੰ ਲੈ ਕੇ ਜ਼ਰੂਰ ਜਿਹੜੀ ਸਥਿਤੀ ਹੈ ਉਹ ਕਿਤੇ ਨਾ ਕਿਤੇ ਗੰਭੀਰ ਹੈ ਤੇ ਹੜ੍ਹ ਵੀ ਕਈ ਪਿੰਡਾਂ ਦੇ ਵਿੱਚ ਆਇਆ ਹੈ। ਬਚਿੱਤਰ ਸਾਡੇ ਸਹਿਯੋਗੀ ਲਗਾਤਾਰ ਜਾਣਕਾਰੀ ਅੱਗੇ ਵੀ ਉਹਨਾਂ ਤੋਂ ਲੈਂਦੇ ਰਵਾਂਗੇ। ਅਜੇ ਵੀ ਉਹਨਾਂ ਦਾ ਕਹਿਣਾ ਹੈ ਕਿ ਤੇਜ਼ ਬਾਰਿਸ਼ ਉੱਥੇ ਹੋ ਰਹੀ ਹੈ ਜਿਸ ਦੇ ਨਾਲ ਕਾਫੀ ਜਿਹੜੀ ਸਥਿਤੀ ਹੈ ਉਹ ਜਿਹੜੀ ਹੈ ਉਹ ਗੰਭੀਰ ਬਣੀ ਹੋਈ ਹੈ ਕਿਉਂਕਿ ਲੈਂਡਸਲਾਈਡ ਦਾ ਖਦਸ਼ਾ ਵੀ ਦੱਸਿਆ ਜਾ ਰਿਹਾ ਤੇ ਕਈ ਜਗ੍ਹਾ ਲੈਂਡਸਲਾਈਡ ਹੋਈ ਵੀ ਹੈ।
ਅੱਗੇ ਵਧਦੇ ਹਾਂ। ਅੱਜ ਪੰਜਾਬ ਦੇ ਵਿੱਚ ਡਾਕਟਰਾਂ ਦਾ ਹੱਲਾ ਬੋਲ ਹੈ। ਪੰਜਾਬ ਭਰ ਦੇ ਵਿੱਚ ਡਾਕਟਰ ਹੜਤਾਲ ਤੇ ਨੇ। 6ਵੇਂ ਪੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਦਾ ਡਾਕਟਰਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਹੜਤਾਲ ਦਾ ਸਿਹਤ ਸੇਵਾਵਾਂ ਤੇ ਅਸਰ ਪੈਂਦਾ ਦਿਖਾਈ ਦੇ ਰਿਹਾ ਹੈ। ਅੱਜ ਤੋਂ 14 ਜੁਲਾਈ ਤੱਕ OPD ਸੇਵਾ ਡਾਕਟਰਾਂ ਦੇ ਵੱਲੋਂ ਬੰਦ ਕੀਤੀ ਗਈ ਹੈ। 15 ਤੋਂ 17 ਜੁਲਾਈ ਤੱਕ ਹਸਪਤਾਲ ਦੇ ਬਾਹਰੋਂ OPD ਚੱਲੇਗੀ। ਹੱਲ ਜੇ ਨਹੀਂ ਨਿਕਲਦਾ ਤਾਂ ਅਣਮਿੱਥੇ ਸਮੇਂ ਦੀ ਹੜਤਾਲ ਦੀ ਚੁਣੌਤੀ ਵੀ ਡਾਕਟਰਾਂ ਦੇ ਵੱਲੋਂ ਦਿੱਤੀ ਗਈ ਹੈ। ਅੱਜ ਪੰਜਾਬ ਭਰ ਦੇ ਵਿੱਚ ਡਾਕਟਰ ਹੜਤਾਲ ਤੇ ਨੇ। ਸਿਹਤ ਸੇਵਾਵਾਂ ਤੇ ਅਸਰ ਪੈਂਦਾ ਨਜ਼ਰ ਆ ਰਿਹਾ ਹੈ। 6ਵੇਂ ਪੇ ਕਮਿਸ਼ਨ ਦੀਆਂ ਜਿਹੜੀਆਂ ਸਿਫਾਰਿਸ਼ਾਂ ਨੇ ਉਹਨਾਂ ਦਾ ਲਗਾਤਾਰ ਡਾਕਟਰਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। OPD ਹਸਪਤਾਲ ਦੇ ਬਾਹਰੋਂ ਚਲਾਈ ਜਾਏਗੀ। ਜੇ 14 ਜੁਲਾਈ ਤੱਕ ਅੱਜ ਤੋਂ 14 ਜੁਲਾਈ ਤੱਕ OPD ਸੇਵਾ ਬੰਦ ਰਹੇਗੀ ਤੇ 15 ਤੋਂ 17 ਜੁਲਾਈ ਤੱਕ ਹਸਪਤਾਲ ਦੇ ਬਾਹਰੋਂ OPD ਚਲਾਈ ਜਾਏਗੀ। ਜੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਣਮਿੱਥੇ ਸਮੇਂ ਦੀ ਹੜਤਾਲ ਦੀ ਵੀ ਚੁਣੌਤੀ ਡਾਕਟਰਾਂ ਦੇ ਵੱਲੋਂ ਦਿੱਤੀ ਗਈ ਹੈ। 3 ਦਿਨ ਦੀ ਹੜਤਾਲ ਹੈ, 12, 13, 14 ਤਰੀਕ ਦੀ। ਉਸ ਤੋਂ ਬਾਅਦ ਜਿਵੇਂ ਸਾਡੇ ਨੁਮਾਇੰਦਿਆਂ ਦਾ ਹੁਕਮ ਹੋਏਗਾ ਉਸ ਹਿਸਾਬ ਨਾਲ ਅਸੀਂ ਵੀ ਆਪਣੇ ਸੰਘਰਸ਼ ਨੂੰ ਤੇਜ਼ ਕਰਾਂਗੇ। 3 दिन हड़ताल है, उसके बाद अगला संघर्ष किस तरह का होगा? उनकी सेवाएं बंद हैं, OPD चल रही है। ਹੁਣ ਅਸੀਂ OPD ਬੰਦ ਕੀਤੀ ਹੈ ਤੇ MLR ਬੰਦ ਕੀਤੀ ਹੈ। ਕੋਈ ਵੀ ਮੈਡੀਕਲ ਐਗਜ਼ਾਮੀਨੇਸ਼ਨ ਅਸੀਂ ਨਹੀਂ ਕਰ ਰਹੇ। UDID ਦਾ ਕੰਮ ਤੇ ਆਯੁਸ਼ਮਾਨ ਦਾ ਕੰਮ ਅਸੀਂ ਟੋਟਲੀ ਬੰਦ ਕੀਤਾ। ਵਾਰ-ਵਾਰ ਅਸੀਂ ਸਰਕਾਰ ਨੂੰ ਇੱਕੋ ਮੰਗ ਕਰ ਰਹੇ ਹਾਂ ਕਿ ਜਿਹੜਾ ਸਾਡਾ NPA ਹੈਗਾ ਉਹ 25% ਸੀਗਾ ਤੇ ਉਹ ਬੇਸਿਕ ਪੇ ਦਾ ਪਾਰਟ ਸੀਗਾ। ਗੌਰਮੈਂਟ ਨੇ ਅਸੀਂ ਉਮੀਦ ਕਰ ਰਹੇ ਸੀ ਕਿ 6ਵੇਂ ਪੇ ਕਮਿਸ਼ਨ ਸਾਨੂੰ ਕੋਈ ਰਿਸਕ ਪੱਤਾ ਮਿਲੇਗਾ ਜਾਂ ਕੋਈ ਤਰ੍ਹਾਂ ਦਾ ਪੱਤਾ ਸਰਕਾਰ ਹੋਰ ਦੇਗੀ, ਕਿਉਂਕਿ 1.5 ਸਾਲ ਤੋਂ ਅਸੀਂ ਕੋਰੋਨਾ ਦੇ ਅੰਦਰ ਕੰਮ ਕਰ ਰਹੇ ਹਾਂ। ਸਾਡੇ ਕਈ ਜਿਹੜੇ ਕਲੀਗ ਉਹਨਾਂ ਦੀ ਡੈਥ ਵੀ ਹੋਈ ਹੈ। ਉਹ ਦੇਣ ਦੀ ਬਜਾਏ ਸਰਕਾਰ ਨੇ ਸਾਡਾ NPA 25 ਦੀ ਜਗ੍ਹਾ 20% ਕਰਤਾ ਤੇ ਉਹਨੂੰ ਬੇਸਿਕ ਪੇ ਤੋਂ ਵੀ ਡੀਲਿੰਗ ਕਰਤਾ, ਜਿਸ ਨਾਲ ਕਿ ਸਾਡੀ ਸੈਲਰੀ ਤੇ ਇਸੇ ਖਬਰ ਤੇ ਵਧੇਰੇ ਜਾਣਕਾਰੀ ਦੇ ਲਈ ਅਵਤਾਰ ਕੰਬੋਜ ਸਾਡੇ ਸਹਿਯੋਗੀ ਰੋਪੜ ਤੋਂ ਜੁੜੇ ਹੋਏ ਨੇ। ਅਵਤਾਰ, ਕੀ ਕੁਝ ਤਸਵੀਰਾਂ ਨੇ ਜੇ ਡਾਕਟਰਾਂ ਦੇ ਨਾਲ ਗੱਲਬਾਤ ਵੀ ਹੋ ਸਕੇ? ਪਿਛਲੇ ਦਿਨਾਂ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਹੜਤਾਲ ਕੀਤੀ ਗਈ ਸੀ ਤੇ ਹੁਣ ਫੇਰ 6ਵੇਂ ਪੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲੈ ਕੇ ਹੜਤਾਲ ਤੇ ਨੇ। ਜੀ ਅਰਸ਼ਦੀਪ, ਬਿਲਕੁਲ 6ਵੇਂ ਪੇ ਕਮਿਸ਼ਨ ਦੇ ਰੋਸ ਦੇ ਵਜੋਂ 6ਵੇਂ ਪੇ ਕਮਿਸ਼ਨ ਤੋਂ ਸੰਤੁਸ਼ਟ ਨਹੀਂ ਸਨ ਡਾਕਟਰ। ਇਸ ਕਰਕੇ ਸਰਕਾਰੀ ਡਾਕਟਰਾਂ ਦੇ ਵੱਲੋਂ ਪਹਿਲਾਂ ਵੀ ਹੜਤਾਲ ਕੀਤੀ ਗਈ ਸੀ ਤੇ ਅੱਜ ਤੋਂ ਫਿਰ 12 ਜੁਲਾਈ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। 19 ਜੁਲਾਈ ਤੱਕ ਹੜਤਾਲ ਕਰਨ ਦਾ ਡਾਕਟਰਾਂ ਨੇ ਫੈਸਲਾ ਲਿੱਤਾ ਤੇ ਪਹਿਲੇ 3 ਦਿਨ 12, 13 ਤੇ 14 ਜੁਲਾਈ ਨੂੰ OPDਆਂ ਬੰਦ ਰੱਖੀਆਂ ਗਈਆਂ ਨੇ। ਅਸੀਂ ਇਸ ਵਕਤ ਰੂਪਨਗਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਮੌਜੂਦ ਹਾਂ। 3 ਕਾਊਂਟਰ ਲੱਗੇ ਹੋਏ ਨੇ ਤੇ 3 ਕਾਊਂਟਰਾਂ ਦੇ ਵਿੱਚੋਂ 2 ਕਾਊਂਟਰ ਅੱਜ ਬੰਦ ਨੇ ਅਤੇ ਪੋਸਟਰ ਲਗਾਏ ਹੋਏ ਨੇ ਕਿ ਕੇਵਲ ਐਮਰਜੈਂਸੀ ਸੇਵਾਵਾਂ ਹੀ ਦਿੱਤੀਆਂ ਜਾਣਗੀਆਂ ਅਤੇ ਬਾਕੀ ਸੇਵਾਵਾਂ OPD ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ, ਕਿਉਂਕਿ OPD ਦਾ ਕੰਮ 8 ਵਜੇ ਸ਼ੁਰੂ ਹੋ ਜਾਂਦਾ। 8 ਵਜੇ ਸ਼ੁਰੂ ਹੋਣ ਤੋਂ ਬਾਅਦ ਹੁਣ ਲਗਭਗ 10:30 ਹੋ ਚੁੱਕੇ ਨੇ ਤੇ OPD ਦੇ ਵਿੱਚ ਸਵੇਰ ਤੋਂ ਜੋ ਮਰੀਜ਼ ਆ ਰਹੇ ਨੇ ਉਹ ਪਰੇਸ਼ਾਨ ਵੀ ਹੋ ਰਹੇ ਨੇ। ਅਸੀਂ ਕੁਝ ਮਰੀਜ਼ਾਂ ਦੇ ਨਾਲ ਗੱਲ ਕਰਨਾ ਚਾਹਾਂਗੇ। ਭਾਜੀ, ਕੀ ਨਾਮ ਹੈ, ਕੀ ਕਰਨਾ ਹੈ? ਇਸ ਤਰ੍ਹਾਂ ਬੱਚੇ ਦਾ ਸਰਟੀਫਿਕੇਟ ਬਣਾਉਣਾ ਇਹਦੇ, ਬਾਕੀ ਆ ਦਿਮਾਗ ਦੀ ਉਹ ਹਾਲਾਤ ਹੋਤੀ ਜੀ ਦੀ। ਕੀ ਪਤਾ ਚੱਲਿਆ ਇੱਥੇ ਆ ਕੇ? ਇਸੇ ਤਰ੍ਹਾਂ ਹੁਣ ਪਤਾ ਲੱਗਿਆ ਜੀ ਹੜਤਾਲ ਹੈ ਜੀ। ਹੁਣ ਅਸੀਂ ਪਰੇਸ਼ਾਨ ਹੋਏ। ਮੈਂ ਤਾਂ ਡਿਊਟੀ ਵੀ ਤੇ ਛੱਡ ਕੇ ਆਇਆ ਜੀ। ਹੁਣ ਕਿੰਨੀ ਦੂਰੋਂ ਆਏ ਸੀ? ਕਿੰਨੇ ਕਿਲੋਮੀਟਰ? ਅਸੀਂ 8, 10, 11 ਕਿਲੋਮੀਟਰ ਤੇ ਆਏ ਜੀ। ਛੁੱਟੀ ਕੀਤੀ ਸੀ ਅੱਜ? ਛੁੱਟੀ ਲੈ ਕੇ ਆਏ ਜੀ। ਹੁਣ ਉਹਦੀ ਛੁੱਟੀ ਦਿੰਦੇ ਜੀ। ਉਹ ਕਿਆ ਕਰੀਏ ਜੀ, ਪਰੇਸ਼ਾਨੀ ਹੋ ਰਹੀ ਬਹੁਤ। ਡਾਕਟਰ ਨੇ ਬੁਲਾਇਆ ਜੀ, ਕਹਿੰਦੇ ਵੀ ਸੋਮਵਾਰ ਨੂੰ ਆਇਓ। ਸਾਨੂੰ ਤਾਂ ਪਹਿਲਾਂ ਦੱਸ ਦਿੰਦੇ, ਅਸੀਂ ਨਹੀਂ ਪਰੇਸ਼ਾਨ ਹੁੰਦੇ ਜੀ। ਅਰਸ਼ਦੀਪ, ਕਿਉਂਕਿ ਪੇਸ਼ੈਂਟ ਜੋ ਵੱਖ-ਵੱਖ ਪੇਸ਼ੈਂਟ ਨੇ ਦਵਾਈ ਲੈਣ ਦੇ ਲਈ ਪਹੁੰਚ ਰਹੇ ਨੇ, ਕਿਉਂਕਿ 8 ਵਜੇ ਤੋਂ OPD ਦਾ ਕੰਮ ਸ਼ੁਰੂ ਹੋ ਜਾਂਦਾ। 8 ਵਜੇ ਇੱਥੇ ਭਾਰੀ ਰਸ਼ ਹੁੰਦਾ OPD ਦੇ ਵਿੱਚ ਮਰੀਜ਼ਾਂ ਦਾ। ਹੁਣ 10:30 ਦੇ ਕਰੀਬ ਬੇਸ਼ੱਕ ਸਮਾਂ ਹੋ ਚੁੱਕਾ ਤੇ ਬੇਸ਼ੱਕ ਜੋ ਮਰੀਜ਼ ਨੇ ਉਹਨਾਂ ਦੀ ਗਿਣਤੀ ਵੀ ਘਟ ਚੁੱਕੀ ਹੈ, ਕਿਉਂਕਿ ਜੋ ਜਿਸਨੇ ਦਵਾਈ ਲੈਣੀ ਹੁੰਦੀ ਹੈ ਉਹ ਅਮੂਮਨ ਜਲਦੀ ਸਵੇਰੇ ਸਾਜਰੇ ਪਹੁੰਚਣ ਦੀ ਕੋਸ਼ਿਸ਼ ਕਰਦੇ, ਕਿਉਂਕਿ ਲੰਬੀਆਂ ਕਤਾਰਾਂ ਲੱਗ ਜਾਂਦੀਆਂ। ਤੁਹਾਨੂੰ OPD ਦੇ ਅੰਦਰ ਦਾ ਨਜ਼ਾਰਾ ਦਿਖਾਵਾਂਗੇ। OPD ਦੇ ਅੰਦਰ ਦੀਆਂ ਤਸਵੀਰਾਂ ਨੇ। ਇੱਥੇ ਵੱਖ-ਵੱਖ ਡਾਕਟਰ ਸਾਹਿਬਾਨ ਆਪਣੀ OPD ਦੇ ਵਿੱਚ ਬਹਿ ਕੇ ਜੋ ਮਰੀਜ਼ਾਂ ਨੂੰ ਦੇਖਦੇ ਨੇ। ਡਾਕਟਰ ਅਵਾਨੀ ਸਿੰਘ ਨਾਲ ਦਾ ਆਈ ਸਪੈਸ਼ਲਿਸਟ, ਉਹਨਾਂ ਦਾ ਕਮਰੇ ਤੋਂ ਤਸਵੀਰਾਂ ਦਿਖਾਵਾਂਗੇ। ਡਾਕਟਰ ਸਾਹਿਬਾਨ ਅੱਜ ਮੌਜੂਦ ਨੇ ਕਿਉਂਕਿ ਹੜਤਾਲ ਕੀਤੀ ਹੋਈ ਡਾਕਟਰਾਂ ਨੇ ਅਤੇ ਇਸ ਦੇ ਨਾਲ ਹੀ ਤੁਹਾਨੂੰ ਹੋਰ ਕਮਰੇ ਦਿਖਾਵਾਂਗੇ। ਡਾਕਟਰ ਜਗਦੀਪ ਚੌਧਰੀ ਦਾ ਕਮਰਾ, ਡਾਕਟਰ ਸਾਹਿਬ ਵੀ ਇੱਥੇ ਮੌਜੂਦ ਨੇ ਕਿਉਂਕਿ ਹੜਤਾਲ ਕੀਤੀ ਹੋਈ ਹੈ। ਅੱਜ ਤੋਂ 3 ਦਿਨ ਦੇ ਲਈ OPD ਬੰਦ ਰੱਖਣ ਦੇ ਲਈ ਕਿਹਾ ਗਿਆ ਤੇ ਹੋਰ ਸਟਾਫ ਬੇਸ਼ੱਕ ਉਹਨਾਂ ਕਮਰਿਆਂ ਦੇ ਵਿੱਚ ਮੌਜੂਦ ਹੈਗਾ। ਹੋਰ ਤੁਹਾਨੂੰ ਕਮਰੇ ਵੀ ਦਿਖਾਵਾਂਗੇ OPD ਦੇ ਵਿੱਚ। OPD ਦੇ ਅੰਦਰ ਦੀਆਂ ਤਸਵੀਰਾਂ ਨੇ। ਕੁਝ ਮਰੀਜ਼ ਹਜੇ ਵੀ ਇੰਤਜ਼ਾਰ ਕਰ ਰਹੇ ਨੇ ਕਿ ਸ਼ਾਇਦ ਡਾਕਟਰ ਸਾਹਿਬਾਨ ਆਣਗੇ ਅਤੇ ਉਹਨਾਂ ਨੂੰ ਦਵਾਈ ਵਗੈਰਾ ਦੇਣਗੇ। ਇੱਕ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ। ਡਾਕਟਰ ਸਾਹਿਬ, ਕੀ ਹਾਲਾਤ ਹੈ ਜੀ ਅੱਜ? ਹਾਲਾਤ ਇਹ ਹੈ ਜੀ, ਅੱਜ ਫਿਰ ਦੁਬਾਰਾ ਸਫਾਈ ਦੀ ਕਾਲ ਹੈ ਜੀ। ਪੂਰੀ ਜਿਹੜੀ ਜੁਆਇੰਟ ਐਸੋਸੀਏਸ਼ਨ ਹੈ ਪੰਜਾਬ ਦੀ ਡਾਕਟਰਾਂ ਦੀ, ਜਿਹਦੇ ਵਿੱਚ ਸਾਰੇ ਆਯੁਰਵੈਦਿਕ ਜੀ ਅਵਤਾਰ, ਤੁਸੀਂ ਜੁੜੇ ਰਹਿਣਾ ਸਾਡੇ ਨਾਲ। ਮਨੋਜ ਸ਼ਰਮਾ ਪਟਿਆਲਾ ਤੋਂ ਜੁੜੇ ਹੋਏ ਨੇ। ਪਟਿਆਲਾ ਦੀਆਂ ਤਸਵੀਰਾਂ ਵੀ ਵੇਖ ਲੈਂਦੇ ਆ। ਮਨੋਜ, ਕੀ ਕੁਝ ਤਸਵੀਰਾਂ ਨੇ ਪਟਿਆਲਾ ਦੀਆਂ? ਉੱਥੇ ਵੀ ਅਗਰ ਡਾਕਟਰਸ ਜਾਂ ਮਰੀਜ਼ਾਂ ਦੀ ਕੀ ਸਥਿਤੀ ਹੈ ਇਸ ਵੇਲੇ? ਮਰੀਜ਼ ਜਿਵੇਂ ਰੋਪੜ ਤੋਂ ਤਸਵੀਰਾਂ ਦੇਖ ਰਹੇ ਸੀਗੇ, ਮਰੀਜ਼ ਕਾਫੀ ਪਰੇਸ਼ਾਨ ਹੋ ਰਹੇ ਨੇ ਇਸ ਪੂਰੇ ਪ੍ਰਦਰਸ਼ਨ ਨੂੰ ਲੈ ਕੇ।
ਬਿਲਕੁਲ ਅਰਸ਼ਦੀਪ, ਜਿਹੜੇ ਡਾਕਟਰਸ ਨੇਗੇ ਪਟਿਆਲਾ ਇੱਕ ਮੈਡੀਕਲ ਆਪਾਂ ਕਹਿ ਸਕਦੇ ਕਿ ਕੇਂਦਰ ਹੈਗਾ ਪੂਰੇ ਮਾਲਵਾ ਦਾ। ਜਿੰਨੇ ਡਾਕਟਰ ਸਾਹਿਬਾਨ ਨੇ ਅੱਜ ਜਿਹੜੀ ਹੜਤਾਲ ਦਾ ਐਲਾਨ ਕੀਤਾ ਗਿਆ ਉਹਦੇ ਮੱਦੇਨਜ਼ਰ ਸੜਕਾਂ ਦੇ ਉੱਪਰ ਆਏ ਨੇ। ਇਹ ਸੰਗਰੂਰ ਹਾਈਵੇ ਦੇ ਉੱਪਰ ਪਹਿਲਾਂ ਡਾਕਟਰ ਦੇ ਵੱਲੋਂ ਜਾਮ ਲਗਾਇਆ ਗਿਆ ਸੀਗਾ ਤੇ ਹੁਣ ਜਿੰਨੇ ਡਾਕਟਰ ਸਾਹਿਬਾਨ ਨੇ ਉਹ ਸੜਕ ਦੇ ਉੱਪਰ ਮੇਨ ਹਾਈਵੇ ਦੇ ਉੱਪਰ ਆ ਗਏ ਨੇ। ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਓਪੀਡੀ ਦੀਆਂ ਕਿਸ ਤਰ੍ਹਾਂ ਉਹ ਰਹਿਣਗੀਆਂ ਸਹੂਲਤਾਂ ਤੇ ਉਸ ਤਰ੍ਹਾਂ ਦੀ ਗੱਲ ਕਰਾਂਗੇ। ਦਰਸ਼ਨ ਜੀ, ਕਿਸ ਤਰ੍ਹਾਂ ਦੀ ਹੜਤਾਲ ਦੇ ਮੱਦੇਨਜ਼ਰ ਜਿਹੜੀ ਸਿਹਤ ਸਹੂਲਤਾਂ ਨੇ ਓਪੀਡੀਜ਼ ਨੇ ਉਹਦੇ ਬਾਰੇ ਆਪਾਂ ਕੀ ਸੋਚਿਆ? ਅੱਜ ਸਾਰੇ ਪੰਜਾਬ ਦੇ ਡਾਕਟਰਸ ਪਟਿਆਲਾ ਮੈਡੀਕਲ ਕਾਲਜ, ਅੰਮ੍ਰਿਤਸਰ ਮੈਡੀਕਲ ਕਾਲਜ, ਫਰੀਦਕੋਟ ਮੈਡੀਕਲ ਕਾਲਜ ਅਤੇ PCMS ਐਸੋਸੀਏਸ਼ਨ ਦੇ ਨਾਲ ਸੰਬੰਧਿਤ ਸਾਰੇ ਫੀਲਡ ਦੇ ਡਾਕਟਰਸ, ਸਿਵਲ ਹਸਪਤਾਲਾਂ 'ਚ, ਡਿਸਟ੍ਰਿਕਟ ਲੈਵਲ, ਸਬ ਡਿਵੀਜ਼ਨਲ ਹਸਪੀਟਲ, ਸਾਰੇ ਅੱਜ ਹੜਤਾਲ ਤੇ ਹਨ। ਸਿਰਫ ਇੱਕੋ ਮੁੱਦਾ ਜਿਹੜਾ ਸਾਰੀਆਂ ਸਾਡੇ ਡਾਕਟਰਸ ਦਾ ਸਾਂਝਾ ਉਹ ਹੈ ਸਾਡਾ NPA, ਜੋ ਕਿ ਪੰਜਾਬ ਸਰਕਾਰ ਨੇ 6ਵੇਂ ਪੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਤੇ ਸਾਡੀ ਤਨਖਾਹ ਨਾਲੋਂ ਅਲੱਗ ਕਰ ਦਿੱਤਾ, ਬੇਸਿਕ ਪੇ ਨਾਲੋਂ, ਅਤੇ ਉਹਨੂੰ ਘਟਾ ਦਿੱਤਾ ਹੈ। ਇਸੇ ਮੁੱਦੇ ਤੇ ਸਰਕਾਰ ਨੂੰ ਅਸੀਂ ਮੰਗ ਕਰ ਰਹੇ ਹਾਂ। जी मनोज, तुसी जुड़े रहना साडे नाल। कोई थोड़ी दिक्कत आ रही है, दोबारा वापस आने। आशीष साडे सहयोगी बरनाला तो जुड़े हुए ने। आशीष, बरनाला दे विच की कुछ तस्वीरां ने? जी, मैं दिखाना चाहूंगा जिवें लगातार पहला भी डॉक्टर पूरे पंजाब भर विच स्ट्राइक उतरे से अज पे कमीशन लैके अज फिर बरनाला विच भी अज डॉक्टर स्ट्राइक ते ने। बरनाला दे सिविल हस्पताल दे OPD दे बाहर सारे डॉक्टर इकट्ठे होकर अज प्रदर्शन किया जा रहा है। इन्हां दा कहना है कि जिथे 14 तरीक ਨੂੰ ਲੈ ਕੇ ਅੱਜ ਡਾਕਟਰ ਫੇਰ ਸਟ੍ਰਾਈਕ ਨੇ। ਹਾਲਾਂਕਿ ਸੋਮਵਾਰ ਦਾ ਦਿਨ ਪਹੁੰਚਣੇ ਪਰ ਲੋਕਾਂ ਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਸਾਨੂੰ ਡਾਕਟਰ ਨੇ, ਡਾਕਟਰ ਸਾਹਿਬ ਕੀ ਨਾਮ ਤੁਹਾਡਾ ਜੀ? ਡਾਕਟਰ ਕਮਲਜੀਤ ਸਿੰਘ ਬਾਜਵਾ। ਡਾਕਟਰ ਸਾਹਿਬ ਜੀ, ਗੱਲ ਕਰੀਏ ਅੱਜ ਜਿਹੜੀ ਦਿਨ ਦਿਨਾਂ ਦਾ ਅਨਾਉਂਸ ਕੀਤਾ ਗਿਆ ਤੇ ਲੱਗਦਾ ਕਿ ਅੱਜ ਜਿਵੇਂ ਆਮ ਲੋਕਾਂ ਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਤੁਸੀਂ ਪਹਿਲਾਂ ਵੀ ਸਟ੍ਰਾਈਕ ਕੀਤੀ, ਇਸ ਦਾ ਅਸਰ ਸਰਕਾਰ ਤੇ ਦੇਖਣ ਨੂੰ ਮਿਲੂਗਾ? ਦੇਖੋ ਜੀ, ਇਹ ਪਹਿਲਾਂ ਵੀ ਲੋਕਾਂ ਨੂੰ ਅਸੀਂ ਤੁਹਾਡੇ ਥਰੂ ਦੱਸਣਾ ਚਾਹੁੰਦੇ ਹਾਂ, ਤੁਹਾਡੇ ਦੁਆਰਾ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇਹ ਜਿਹੜਾ ਪ੍ਰੋਟੈਸਟ ਆ ਡਾਕਟਰਸ ਦਾ ਪਹਿਲਾਂ 3 ਦਿਨ ਕੰਪਲੀਟ ਹੋ ਗਏ ਨੇ। ਅੱਜ ਕੱਲ ਤਾਂ ਡਾਕਟਰਾਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ। ਇੱਕ ਵਾਰ ਵਾਪਸ ਸਾਡੇ ਸਹਿਯੋਗੀ ਅਵਤਾਰ ਕੰਬੋਜ ਦਾ ਰੁਖ ਕਰ ਲੈਂਦੇ ਆ। ਅਵਤਾਰ, ਕਿਸੇ ਡਾਕਟਰ ਦੇ ਨਾਲ ਗੱਲਬਾਤ ਹੋ ਪਾਏ ਕਿ ਕੀ ਉਹਨਾਂ ਦੀਆਂ ਮੰਗਾਂ ਨੇ ਇਸ ਵੇਲੇ? ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਸਨ। ਬਿਲਕੁਲ ਜੀ, ਬਿਲकुल ਡਾਕਟਰ ਸਾਹਿਬਾਨਾਂ ਦੇ ਨਾਲ ਵੀ ਗੱਲ ਕਰਾਂਗੇ, ਕਿਉਂਕਿ ਕਿਹਾ ਜਾ ਰਿਹਾ ਕਿ ਹੁਣ ਤੋਂ ਥੋੜੀ ਦੇਰ ਬਾਅਦ ਜੋ 6ਵੇਂ ਪੇ ਕਮਿਸ਼ਨ ਦੀ ਕਾਪੀਆਂ ਵੀ ਸਾੜੀ ਜਾਣਗੀਆਂ ਤੇ ਰੋਜ਼ ਜੋ ਪ੍ਰੋਟੈਸਟ ਹੈ ਉਹ ਵੀ ਕੀਤਾ ਜਾਵੇਗਾ OPD ਦੇ ਬਾਹਰ। ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ। ਡਾਕਟਰ ਸਾਹਿਬ, ਕੀ ਹਾਲਾਤ ਨੇ ਜੀ? ਹੜਤਾਲ ਕੀਤੀ ਅੱਜ ਤੋਂ ਫਿਰ? ਹੜਤਾਲ ਇਸ ਤਰ੍ਹਾਂ ਜੀ, ਪਹਿਲਾਂ ਤਾਂ ਮੈਂ ਡਾਕਟਰ ਸੁਖਬੀਰ ਹਾਂ, ਵਾਈਸ ਪ੍ਰੈਜ਼ੀਡੈਂਟ ਰੂਰਲ ਮੈਡੀਕਲ ਅਫਸਰ ਐਸੋਸੀਏਸ਼ਨ ਪੰਜਾਬ। ਹੜਤਾਲ ਤੁਹਾਨੂੰ ਪਤਾ ਹੈ ਕਿ ਜਿਹੜਾ ਸਰਕਾਰ ਨੇ ਸਾਡਾ NPA ਹੈ ਜੋ 25% ਸੀਗਾ ਉਹ ਘਟਾ ਕੇ 20% ਕਰਤਾ ਔਰ ਬੇਸਿਕ ਪੇ ਤੋਂ ਡੀਲਿੰਕ ਕਰਤਾ। ਤਾਂ ਸਾਡੀ ਮੰਗ ਤਾਂ ਇਹੀ ਹੈ ਵੀ ਉਹਨੂੰ ਦੁਬਾਰਾ ਜਿਸ ਤਰ੍ਹਾਂ ਪਹਿਲਾਂ ਸੀਗਾ ਸਾਰੇ ਅਲਾਉਂਸੇਸ ਔਰ NPA ਉਹ ਦੁਬਾਰਾ ਜਿਹੜੇ ਸਾਨੂੰ ਪੂਰੇ ਮਿਲਣੇ ਚਾਹੀਦੇ ਨੇ। ਬਕਾਇਦਾ ਸੀ ਤਾਂ 33% ਦੀ ਮੰਗ ਕਰਦੇ ਹਾਂ, ਨਾ ਕਿ 25 ਦੀ। ਪਰ ਜੇ 33 ਨਹੀਂ ਦੇਣਾ, ਜੋ ਸਾਡਾ ਬਣਦਾ ਹੈ ਪਹਿਲਾਂ ਤੋਂ ਜੋ ਸੈਲਰੀ ਬਣਦੀ ਹੈ ਸਾਡੀ 25%, ਸਾਨੂੰ ਘੱਟੋ ਘੱਟ ਉਹ ਤਾਂ ਦੇਣ। ਸਾਡੀ ਇਹੀ ਮੰਗ ਹੈ ਸਰਕਾਰ ਨੂੰ। ਪਹਿਲਾਂ 3 ਦਿਨ ਦੀ ਹੜਤਾਲ OPD ਬੰਦ ਰੱਖੀ ਗਈ ਹੈ, ਅੱਗੇ ਹੜਤਾਲ ਦੀ ਕੀ ਰੂਪ ਰੇਖਾ ਹੈਗੀ ਜੀ? ਦੇਖੋ, ਜੇ 3 ਦਿਨ ਦੇ 'ਚ ਸਰਕਾਰ ਵੱਲੋਂ ਕੁਝ ਨਹੀਂ ਆਉਂਦਾ ਤਾਂ ਫਿਰ ਇਹਨੂੰ ਪ੍ਰੋਟੈਸਟ ਨੂੰ ਹੋਰ ਸਖਤ ਕੀਤਾ ਜਾਏਗਾ, ਜਿਹਦੇ 'ਚ ਐਮਰਜੈਂਸੀ ਬੰਦ ਆ, ਕੋਵਿਡ ਸੇਵਾਵਾਂ ਬੰਦ ਕਰਨ ਬਾਰੇ ਸੋਚਿਆ ਜਾ ਰਿਹਾ ਅੱਗੇ, ਜੇ 3 ਦਿਨ ਸਰਕਾਰ ਵੱਲੋਂ ਕੋਈ ਨਹੀਂ ਬਿਆਨ ਆਉਂਦਾ। ਇੱਕ ਹੋਰ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ। ਡਾਕਟਰ ਸਾਹਿਬ, ਫਿਲਹਾਲ 3 ਦਿਨ ਦੀ ਸਟ੍ਰਾਈਕ ਹੈਗੀ ਹੈ, OPD ਬੰਦ ਹੈਗੀ, ਉਸ ਤੋਂ ਅਗਲੀ ਕੀ ਰੂਪ ਰੇਖਾ ਰਹੇਗੀ? ਸਟ੍ਰਾਈਕ ਤੋਂ ਬਾਅਦ ਜਿੱਦਾਂ ਸਾਨੂੰ ਅੱਗੋਂ ਹੁਕਮ ਹੋਣਗੇ ਉਸ ਤਰ੍ਹਾਂ ਕਰਾਂਗੇ ਅਸੀਂ। ਕਿਸ ਤਰ੍ਹਾਂ ਦਾ ਰੋਸ ਹੈ 6ਵੇਂ ਪੇ ਕਮਿਸ਼ਨ ਤੇ? ਸਾਡੀਆਂ ਗੱਲਾਂ ਸੁਣੀਆਂ ਨਹੀਂ ਜਾ ਰਹੀਆਂ, ਇਹੀ ਰੋਸ਼ ਹੈ ਜੀ। ਸਾਡੀ ਗੱਲ ਤਾਂ ਸੁਣੀ ਜਾਵੇ, ਉਹਦੇ ਤੇ ਜੋ ਲੋੜੀਂਦੀ ਕਾਰਵਾਈ ਉਹ ਕੀਤੀ ਜਾਵੇ। ਪਹਿਲਾਂ ਹੜਤਾਲ ਪਹਿਲਾਂ ਵੀ ਜੂਨ ਮਹੀਨੇ ਦੇ ਵਿੱਚ ਵੀ ਕੀਤੀ ਹੈ, ਉੱਪਰ ਗੱਲ ਵੀ ਹੋਈ ਹੈਗੀ ਹੈ, ਸਿਹਤ ਮੰਤਰਾਲੇ ਦੇ ਨਾਲ ਵੀ ਗੱਲ ਚੱਲ ਰਹੀ ਸੀ। ਕਿਸ ਕੰਡੀਸ਼ਨ ਦੇ ਉੱਪਰ ਗੱਲਾਂ ਚੱਲ ਰਹੀ ਸੀ ਤੇ ਕੀ ਗੱਲਾਂ ਹੋਈਆਂ ਨੇ? ਉਹ ਜਿਹੜੀ ਸਾਡੀ ਟੀਮ ਗਈ ਸੀ ਉਹਨਾਂ ਨੂੰ ਹੀ ਇਹ ਗੱਲਾਂ ਬਾਰੇ ਜ਼ਿਆਦਾ ਪਤਾ ਹੈ। जी अवतार, शुक्रिया फिलहाल इस पूरी जानकारी दे लई। मनोज शर्मा पटियाला तो जुड़े ते आशीष बरनाला तो जुड़े, तुहाडा भी शुक्रिया। तो डॉक्टर हड़ताल दे उत्ते ने 6वें पे कमिशन दीयां सिफारिशां नूं लैके लगातार उन्हां दे वल्लों प्रदर्शन कीते जा रहे ने ते हुण उन्हां दे वल्लों OPD बंद कर दित्ती गई है 3 दिनां दे लई। ते अगे दी रणनीति उन्हां ने यह भी कहा कि संघर्ष तिखा कीता जाएगा अगर कोई गलबात नहीं हुंदी, अगर उन्हां दीयां मंगां नहीं मन्नियां जांदियां।